ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪਰਤਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਸਭਨਾਂ ਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ, ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਆਪ ਜੀ ਸੱਜੇ ਹੋਏ ਹੋ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਸਰਵਣ ਕਰਨ ਵਾਸਤੇ, ਗੁਰੂ ਜੀ ਦਾ ਜਸ ਸੁਣਨ ਵਾਸਤੇ ਆਪ ਜੀ ਸੱਜੇ ਹੋ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਹਜ਼ੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਸੁਭਾਏਮਾਨ ਹਨ। ਪ੍ਰੇਮੀ ਸਿੱਖ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਹਨ। ਆ ਕੇ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਬਹੁਤ ਵੱਡੀ ਸਿੱਖਿਆ ਪ੍ਰਾਪਤ ਕਰਦੇ ਹਨ।
ਜਿਹੜਾ ਜਿਹੜਾ ਸਿੱਖ ਆ ਕੇ ਗੁਰੂ ਜੀ ਦੇ ਦਰਸ਼ਨ ਕਰਦਾ ਹੈ ਨਾ ਜੀ, ਦਰਸ਼ਨ ਕਰਦਿਆਂ ਸਾਰੀ ਉਹ ਨਿਹਾਲ ਹੋ ਜਾਂਦਾ ਜੀ। ਦਰਸ਼ਨ ਭੇਟਤ ਹੋਤ ਨਿਹਾਲਾ, ਦੁਖ ਗਿਆ ਹਰ ਗਾਈਆ ਹੈ। ਗੁਰੂ ਸਾਹਿਬ ਜੀ ਦੇ ਦਰਸ਼ਨ ਹੀ ਐਸੇ ਹਨ, ਗੁਰੂ ਸਾਹਿਬ ਜੀ ਦਾ ਪ੍ਰਤਾਪ ਹੀ ਐਸਾ ਹੈ, ਜਿਹੜਾ ਜਿਹੜਾ ਮਹਾਰਾਜ ਜੀ ਦੇ ਦਰਸ਼ਨ ਕਰਦਾ ਆਨੰਦ ਵਿੱਚ ਹੋ ਜਾਂਦਾ ਜੀ। ਉਹ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕੋਲ 8 ਗੁਰਸਿੱਖ ਆਏ, 4 ਵੱਖਰੇ ਆਏ, 1 ਵੱਖਰੇ ਆਏ ਤੇ 3 ਵੱਖਰੇ ਆਏ ਜੀ। ਉਹਨਾਂ ਦਾ ਸਾਧ ਸੰਗਤ ਜੀ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਆ ਕੇ ਗੁਰਸਿੱਖਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਐਸੇ ਬਚਨ ਸੁਣਾਓ ਜਿਨ੍ਹਾਂ ਨਾਲ ਸਾਡਾ ਭਲਾ ਹੋ ਸਕੇ। ਗੁਰੂ ਸਾਹਿਬ ਮਹਾਰਾਜ ਨੇ ਵੱਖ-ਵੱਖ ਸਿੱਖਾਂ ਨੂੰ ਵੱਖ-ਵੱਖ ਉਪਦੇਸ਼ ਬਖਸ਼ਿਸ਼ ਕੀਤਾ। ਉਹ ਸਾਰੀ ਕਥਾ ਆਪ ਜੀ ਨੇ ਕੱਲ੍ਹ ਸਰਵਣ ਕੀਤੀ। ਭਾਈ ਗੋਪੀ ਜੀ, ਭਾਈ ਰਾਮੂ ਮਹਿਤਾ ਜੀ, ਭਾਈ ਮੋਹਣ ਮੱਲ ਜੀ, ਭਾਈ ਅਮਰੂ ਜੀ ਤੇ ਹੋਰ ਗੁਰੂ ਕੇ ਸਿੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ। ਮਹਾਰਾਜ ਨੇ ਸਾਰਿਆਂ ਨੂੰ ਇੱਕ ਗੱਲ ਆਖੀ, ਇੱਕ ਤੇ ਭਾਈ ਲੰਗਰ ਛਕਾਇਆ ਕਰੋ, ਲੋੜਵੰਦ ਦੀ ਮਦਦ ਕਰਿਆ ਕਰੋ, ਦੂਜਾ ਹਉਮੈ ਨੂੰ ਛੱਡੋ ਤੇ ਤੀਜਾ ਵਾਹਿਗੁਰੂ ਦਾ ਨਾਮ ਜਪੋ। ਇਹਨਾਂ ਗੱਲਾਂ ਨੂੰ ਮੰਨ ਲਓ, ਸੱਚੇ ਪਾਤਸ਼ਾਹ ਕਹਿੰਦੇ ਜ਼ਿੰਦਗੀ 'ਚ ਸੁੱਖ ਹੀ ਸੁੱਖ ਬਣੇਗਾ, ਸੁੱਖ ਹੀ ਸੁੱਖ ਬਣੇਗਾ। ਸੁੱਖ ਦੀ ਤਲਾਸ਼ ਵਿੱਚ ਸੰਗਤ ਜੀ ਅਸੀਂ ਭੱਜੇ ਫਿਰਦੇ ਹਾਂ। ਸਾਨੂੰ ਕਿਤੇ ਸੁੱਖ ਮਿਲੇ, ਸਾਡਾ ਮਨ ਠੰਡਾ ਹੋਵੇ, ਆਤਮਾ ਨੂੰ ਰਸ ਆਵੇ, ਸੁੱਖ ਦੀ ਤਲਾਸ਼ ਵਾਸਤੇ ਸਾਰਾ ਕੁਝ ਕਰਦੇ ਫਿਰਦੇ ਹਾਂ। ਤੇ ਸੁੱਖ ਵਾਹਿਗੁਰੂ ਜੀ ਦੇ ਨਾਮ ਵਿੱਚ ਹੈਗਾ ਜੀ, ਸੁੱਖ ਗੁਰੂ ਜੀ ਦਾ ਬਚਨ ਮੰਨਣ ਵਿੱਚ ਹੈਗਾ ਜੀ। ਸੋ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਦੇ ਸਿੱਖ ਆ ਰਹੇ ਆ। ਜਿਵੇਂ ਜਿਵੇਂ ਮਹਾਰਾਜ ਉਪਦੇਸ਼ ਕਰਦੇ ਆ, ਤਿਵੇਂ ਤਿਵੇਂ ਹੀ ਸਾਧ ਸੰਗਤ ਜੀ ਗੁਰੂ ਕੇ ਸਿੱਖ ਮਹਾਰਾਜ ਦਾ ਬਚਨ ਮੰਨ ਰਹੇ ਆ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਬੜੇ ਹੀ ਪ੍ਰੇਮ ਨਾਲ ਸਰਵਣ ਕਰਨੀ ਹੈ। ਸਾਰੀ ਸਿੱਖ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਗੰਗੂ ਅਪਰ ਸਹਾਰੂ ਭਾਰੂ, ਕਰ ਬੰਧਨ ਬੈਠੇ ਦੁਖਿਆਰੂ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ 2 ਸਿੱਖ ਆਏ ਹਨ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ। ਇੱਕ ਦਾ ਨਾਮ ਹੈ ਭਾਈ ਗੰਗੂ ਜੀ ਤੇ ਇੱਕ ਦਾ ਨਾਮ ਹੈ ਭਾਈ ਸਹਾਰੂ ਜੀ। ਗੰਗੂ ਜੀ ਤੇ ਸਹਾਰੂ ਜੀ ਜਿਹੜੇ ਹਨ ਨਾ, ਇਹ ਬੜੇ ਦੁਖੀ ਨੇ ਜੀ, ਬੜੇ ਦੁਖੀ ਨੇ। ਆਏ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ, ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਦੋਵੇਂ ਸਿੱਖ ਦਰਸ਼ਨ ਕਰਕੇ ਨਿਹਾਲ ਹੋਏ ਜੀ। ਹਾਂਜੀ। ਤਿੰਨ ਕੋ ਭੀ ਉਪਦੇਸ਼ਨ ਕੀਨ। ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਨੇ ਬੇਨਤੀ ਕੀਤੀ, ਹੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਨੂੰ ਵੀ ਕੋਈ ਉਪਦੇਸ਼ ਬਖਸ਼ਿਸ਼ ਕਰੋ, ਸਾਡੇ ਤੇ ਵੀ ਕੋਈ ਮਿਹਰ ਕਰੋ ਮਹਾਰਾਜ। ਹਾਂਜੀ। ਵੰਡ ਖਾਹੋ ਧਰ ਭਾਉ ਪਰਬੀਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹਨਾਂ ਨੂੰ ਉਪਦੇਸ਼ ਦਿੱਤਾ ਜੀ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਹਿਰਦੇ ਵਿੱਚ ਪ੍ਰੇਮ ਰੱਖਣਾ ਤੇ ਵੰਡ ਕੇ ਛਕਣਾ ਜੀ। ਹਿਰਦੇ ਵਿੱਚ ਕੀ ਰੱਖਣਾ? ਪ੍ਰੇਮ ਤੇ ਵੰਡ ਕੇ ਛਕਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਵਾਹਿਗੁਰੂ ਦੇ ਰਿਹਾ, ਸਾਰਾ ਵਾਹਿਗੁਰੂ ਦਾ ਹੁਕਮ ਜਾਣਨਾ। ਹਾਂਜੀ। ਮਧੁਰ ਗਿਰਾ ਸਭ ਸੰਗ ਉਚਾਰੋ। ਸਾਰਿਆਂ ਦੇ ਨਾਲ ਮਿੱਠੇ ਬੋਲ ਬੋਲਣੇ। ਮਹਾਰਾਜ ਕਹਿਣ ਲੱਗੇ ਪ੍ਰੇਮ ਵਾਲੇ ਬਚਨ ਬੋਲਣੇ ਆ, ਮਿੱਠੇ ਬੋਲ ਬੋਲਣੇ। ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ, ਕਹਿਨ ਕਠੋਰ ਨਹੀਂ ਰਿਸ ਧਾਰੋ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ, ਮਹਾਰਾਜ ਕਹਿੰਦੇ ਕਠੋਰ ਬਚਨ ਨਹੀਂ ਕਹਿਣਾ। ਸੰਗਤ ਜੀ ਆਪਾਂ ਸੰਸਾਰੀ ਬੰਦੇ ਆ, ਜਦੋਂ ਕੋਈ ਸਾਡੇ ਅਨੁਸਾਰ ਨਾ ਕੰਮ ਹੋਵੇ, ਸਾਡੇ ਮੁਖੋਂ ਕਠੋਰ ਬਚਨ ਨਿਕਲ ਹੀ ਆਉਂਦਾ ਜੀ, ਗੁੱਸੇ ਵਾਲੀ ਗੱਲ ਨਿਕਲ ਹੀ ਆਉਂਦੀ ਹੈ। ਪਰ ਮਹਾਰਾਜ ਕਹਿੰਦੇ ਨਹੀਂ, ਜਦੋਂ ਬੰਦਾ ਗੁੱਸੇ ਵਿੱਚ ਬੋਲਦਾ ਨਾ ਜੀ, ਤੇ ਗੁੱਸੇ ਵਿੱਚ ਬੋਲਿਆ ਬੰਦੇ ਦਾ ਮਨ ਵੀ ਫਿੱਕਾ ਹੁੰਦਾ ਤੇ ਸਰੀਰ ਤੇ ਵੀ ਬੜਾ ਬੁਰਾ ਅਸਰ ਪੈਂਦਾ ਜੀ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਮਨ ਵੀ ਫਿੱਕਾ ਹੋ ਜਾਂਦਾ ਜੀ, ਤਨ ਵੀ ਫਿੱਕਾ ਹੋ ਜਾਂਦਾ ਜੀ।
ਸੋ ਮਹਾਰਾਜ ਕਹਿੰਦੇ ਬੁਰਾ ਨਹੀਂ ਬੋਲਣਾ, ਕਠੋਰ ਬਚਨ ਨਹੀਂ ਬੋਲਣੇ ਕਿਸੇ ਨਾਲ। ਹਾਂਜੀ, ਗੁਰ ਸਿੱਖਨ ਕੋ ਪ੍ਰਥਮ ਉਚਾਵੋ। ਆਪ ਛਕਣ ਤੋਂ ਪਹਿਲਾਂ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਓ, ਮਹਾਰਾਜ ਕਹਿਣ ਲੱਗੇ। ਹਾਂਜੀ, ਸ਼ੇਸ਼ ਰਹਿ ਭੋਜਨ ਤੁਮ ਖਾਵੋ। ਬਾਕੀ ਜਿਹੜਾ ਬਚ ਜਾਵੇ ਉਹ ਤੁਸੀਂ ਛਕ ਲਿਆ ਕਰੋ, ਮਹਾਰਾਜ ਕਹਿਣ ਲੱਗੇ। ਹਾਂਜੀ, ਮਹਾ ਪਵਿੱਤਰ ਹੋਤ ਹੈ ਸੋਏ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਨੂੰ ਪ੍ਰਸ਼ਾਦਾ ਛਕਾਉਂਦਿਆਂ ਜਿਹੜਾ ਪ੍ਰਸ਼ਾਦਾ ਬਚ ਜਾਵੇ ਨਾ, ਉਹ ਮਹਾ ਪਵਿੱਤਰ ਮੰਨਿਆ ਜਾਂਦਾ ਜੀ। ਕੀ ਮੰਨਿਆ ਜਾਂਦਾ? ਮਹਾ ਪਵਿੱਤਰ, ਭਾਵ ਪਵਿੱਤਰ ਤੋਂ ਵੀ ਪਵਿੱਤਰ ਪ੍ਰਸ਼ਾਦ ਹੈ ਉਹ। ਹਾਂਜੀ, ਸਿੱਖਨ ਪਿੱਛੇ ਅਚੀਅਤ ਜੋਏ। ਜਿਹੜਾ ਸਿੱਖਾਂ ਦੇ ਪਿੱਛੋਂ ਛਕੀਦਾ ਜੀ, ਭਾਵ ਸੰਗਤ ਵਿੱਚ ਵਰਤ ਗਿਆ ਫਿਰ ਪ੍ਰਸ਼ਾਦਾ ਕੋਈ ਛਕ ਰਿਹਾ, ਉਹ ਪ੍ਰਸ਼ਾਦਾ ਸੰਗਤ ਦੀ ਮਹਾ ਪਵਿੱਤਰ ਹੈ, ਮਹਾ ਪਵਿੱਤਰ ਹੈ। ਹਾਂਜੀ, ਸਿਮਰੋ ਵਾਹਿਗੁਰੂ ਨਿਤ ਨਾਮੂ। ਤੇ ਹੋਰ ਕੀ ਕਰਨਾ? ਮਹਾਰਾਜ ਕਹਿਣ ਲੱਗੇ ਸਦਾ ਵਾਹਿਗੁਰੂ 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 ਦਾ ਸਿਮਰਨ ਕਰਨਾ, ਚੇਤੇ ਕਰਨਾ, ਜਾਪ ਕਰਨਾ। ਹਾਂਜੀ, ਲਿਵ ਲਾਗੇ ਪਦ ਦੇ ਅਭਿਰਾਮੂ। ਇਹ ਕੰਮ ਕਰ ਲੋ, ਤੁਹਾਡੀ ਲਿਵ ਲੱਗ ਜੇਗੀ। ਕਹਿਣ ਲੱਗੇ ਕੀ? ਗੁਰਸਿੱਖਾਂ ਦੇ ਪਿਆਰ ਨਾਲ ਸੇਵਾ ਕਰਨੀ, ਤੇ ਗੁਰਸਿੱਖਾਂ ਦੀ ਸੇਵਾ ਕਰਨ ਤੋਂ ਬਾਅਦ ਹਰ ਰੋਜ਼ ਪਰਮੇਸ਼ਰ ਦਾ ਨਾਮ ਜਪਣਾ। ਸਹਿਜੇ ਸਹਿਜੇ ਸੰਗਤ ਦੀ ਲਿਵ ਲੱਗ ਜਾਂਦੀ ਹੈ, ਤੇ ਜਦੋਂ ਲਿਵ ਲੱਗ ਜਾਂਦੀ ਹੈ ਨਾ, ਫਿਰ ਪਰਮ ਪਦਵੀ ਦੀ ਪ੍ਰਾਪਤੀ ਹੋਏਗੀ। ਮਹਾਰਾਜ ਕਹਿਣ ਲੱਗੇ ਮੜੀ ਟੋਭੜੀ ਮੱਠ ਅਰਗੋਰ। ਇਨਹੋ ਨਾ ਸੇਵੋ ਸਭ ਦਿਓ ਸ਼ੋਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਤੇ ਮੜੀ ਨੂੰ ਨਹੀਂ ਮੰਨਣਾ ਜੀ। ਕਈ ਮੜੀਆਂ ਨੂੰ ਮੰਨਦੇ ਆ, ਸੰਗਤ ਜੀ ਗੁਰਸਿੱਖ ਨਹੀਂ ਮੰਨਦੇ। ਗੋੜ ਮੜੀ ਮੱਠ ਭੂਲ ਨਾ ਮੰਨੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੜੀ ਟੋਬੜੀ ਮੱਠ ਅਰ ਗੋਰ। ਮੜੀ ਹੈ ਪਿਤਰਾਂ ਦੇ ਪੂਜਨ ਲਈ ਬਣਾਇਆ ਗਿਆ ਇੱਕ ਤਾਲ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਮੱਠ ਹੈ, ਗੋਰ ਹੈ, ਇਹਨਾਂ ਨੂੰ ਛੱਡ ਦੇਣਾ। ਉਹ ਮੰਨਦੇ ਸੀਗੇ ਜੀ ਦੋਵੇਂ ਹੀ। ਕੌਣ ਆਏ ਭਲਾ ਆਏ? ਮਹਾਰਾਜ ਦੇ ਕੋਲ ਗੰਗੂ ਤੇ ਸਹਾਰੂ। ਮਹਾਰਾਜ ਕਹਿੰਦੇ ਇਹਨਾਂ ਨੂੰ ਨਹੀਂ ਮੰਨਣਾ। ਹਾਂਜੀ, ਖਾਨ ਸ਼ੁਰਾ ਅਰ ਬੇਗਾ ਪਾਸੀ। ਨੰਦ ਸੂਦ ਨਾ ਹੋਏ ਹੁਲਾਸੀ। ਗੱਜ ਕੇ ਆਖੋ ਵਾਹਿਗੁਰੂ। ਇਹਨਾਂ ਦੀ ਪੂਜਾ ਕਰਨੀ ਛੱਡ ਦਿਓ। ਤੇ ਪੂਜਾ ਕਰਨੀ ਕਿਹਦੀ ਹੈ? ਪੂਜਾ ਅਕਾਲ ਦੀ ਕਰਨੀ ਹੈ, ਪਰਮੇਸ਼ਰ ਦੀ ਕਰਨੀ ਹੈ। ਪਰਮੇਸ਼ਰ ਦੀ ਪੂਜਾ ਕਿਵੇਂ ਹੁੰਦੀ ਹੈ? ਪਰਮੇਸ਼ਰ ਦੀ ਪੂਜਾ ਹੁੰਦੀ, ਮਹਾਰਾਜ ਕਹਿੰਦੇ ਪੂਜਾ ਕੀਚੈ ਨਾਮ ਧਿਆਈ ਹੈ। ਨਾਮ ਧਿਆਈ ਹੈ, ਬਿਨ ਨਾਮੈ ਪੂਜ ਨਾ ਹੋਈ। ਅਸਲੀ ਪੂਜਾ ਕੀ ਹੈ? ਆਪਣੇ ਮਨ ਨੂੰ ਟਿਕਾ ਕੇ ਨਾਮ ਜਪਣਾ ਜੀ। ਹਾਂਜੀ, ਉਗਰੂ ਤਾਰੂ ਝੰਡਾ ਪੁਰੋ। ਸੁਨ ਜਸ ਆਏ ਗੁਰੂ ਹਜ਼ੂਰੋ। ਹੁਣ ਸੰਗਤ ਜੀ ਇਹ ਬਚਨ ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਖਾਨ ਸ਼ੁਰਾ ਜੀ, ਭਾਈ ਬੇਗਾ ਪਾਸੀ ਜੀ, ਭਾਈ ਨੰਦ ਸੂਦਨਾ ਜੀ, ਭਾਈ ਉਗਰੂ ਜੀ, ਭਾਈ ਤਾਰੂ ਜੀ, ਭਾਈ ਝੰਡਾ ਜੀ ਤੇ ਭਾਈ ਪੂਰੋ ਜੀ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਹਜੂਰ 7 ਗੁਰਸਿੱਖ ਆਏ ਆ ਜੀ। 7 ਜਣੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਜੀ। ਹਾਂਜੀ, ਮਸਤਕ ਟੇਕ ਅਦਬ ਤੇ ਬੈਸੇ। 7 ਨੇ ਬੜੇ ਪ੍ਰੇਮ ਨਾਲ ਆ ਕੇ ਨਮਸਕਾਰ ਕੀਤੀ। ਹਾਂਜੀ, ਨਮਸਕਾਰ ਕਰਕੇ ਅਦਬ ਦੇ ਨਾਲ ਬੈਠ ਗਏ ਜੀ। ਹਾਂਜੀ, ਬੂਝਤ ਭਏ ਸ਼੍ਰੇ ਹੋਏ ਜੈਸੇ। ਹੁਣ ਉਹ ਬੜੇ ਪ੍ਰੇਮ ਨਾਲ ਪਹਿਲਾਂ ਤੇ ਦਰਸ਼ਨ ਕਰਕੇ ਹੀ ਨਿਹਾਲ ਹੋ ਗਏ ਜੀ। ਤੇ ਜਦੋਂ ਬੰਦਾ ਦਰਸ਼ਨ ਕਰਦਾ ਨਾ ਜੀ ਗੁਰੂ ਜੀ ਦੇ, ਫਿਰ ਉਹਦੇ ਮਨ ਵਿੱਚ ਆਉਂਦਾ ਵੀ ਜੇ ਕੋਈ ਬਚਨ ਹੋ ਜੇ ਤੇ ਹੋਰ ਵੱਡੀ ਗੱਲ ਹੈ। ਤੇ ਵੈਸੇ ਮੈਂ ਸੱਚ ਦੱਸਾਂ, ਗੁਰੂ ਅਮਰਦਾਸ ਸਾਹਿਬ ਬੈਠੇ ਹੋਣ ਸਾਡੇ ਸਾਹਮਣੇ, ਤੇ ਮੈਂ ਆਪਣੀ ਜੇ ਗੱਲ ਕਰਾਂ ਤੇ ਮੇਰੇ ਵਰਗੇ ਬੰਦੇ ਦੀ ਔਕਾਤ ਨਹੀਂ ਹੈਗੀ ਵੀ ਗੁਰੂ ਅਮਰਦਾਸ ਜੀ ਦੇ ਨਾਲ ਗੱਲ ਕਰੇ ਜੀ ਉਹ। ਕਿਉਂ? ਗੁਰੂ ਜੀ ਬੜੇ ਵੱਡੇ ਨੇ ਜੀ। ਇਹਨਾਂ ਨੂੰ ਮੌਕਾ ਮਿਲ ਗਿਆ ਜੀ। ਬੜੇ ਪ੍ਰੇਮ ਨਾਲ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ,
ਹਾਂਜੀ। ਸ਼੍ਰੀ ਗੁਰ ਅਮਰ ਕਹਿਓ ਸੁਨ ਲੀਜੈ। ਹੇ ਮਹਾਰਾਜ ਕਿਰਪਾ ਕਰੋ, ਸਾਡਾ ਭਲਾ ਹੋਵੇ ਐਸੇ ਬਚਨ ਕਰ ਦਿਓ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂਜੀ, ਅਬ ਕਲ ਕਾਲ ਵਿਸਾਲ ਜਨੀਜੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਪਿਆਰਿਓ, ਹੁਣ ਕਲਯੁਗ ਦਾ ਸਮਾਂ ਹੈ। ਕਿਹੜਾ ਸਮਾਂ? ਕਲਯੁਗ ਦਾ ਸਮਾਂ। ਔਰ ਬੜਾ ਭਿਆਨਕ ਹੈ ਸੰਗਤ ਜੀ। ਹੁਣ ਦੀ ਵੀ ਗੱਲ ਕਰੀਏ ਨਾ, ਉਸ ਸਮੇਂ ਤੇ ਇੰਨਾ ਅਜੇ ਥੋੜਾ ਸੀ ਕਲਯੁਗ, ਹੁਣ ਤੇ ਕਲਯੁਗ ਸਿਖਰਾਂ ਤੇ ਹੈ ਜੀ। ਕਲਯੁਗ ਸਿਖਰਾਂ ਤੇ ਹੈ ਤੇ ਉਤੋਂ ਮਹਾਮਾਰੀ ਫੈਲੀ ਹੋਈ ਪੂਰੇ ਸੰਸਾਰ ਵਿੱਚ ਜੀ। ਤੇ ਸਮਝੋ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਹਿ ਰਹੇ ਆ। ਮਹਾਰਾਜ ਕਹਿੰਦੇ ਹੁਣ ਕਲਯੁਗ ਦਾ ਪਹਿਰਾ ਚੱਲ ਰਿਹਾ ਸੰਸਾਰ ਵਿੱਚ। ਹਾਂਜੀ। ਪ੍ਰਥਮ ਜੁਗਨ ਮਹਿ ਜਗ ਕਰਨ ਤੇ। ਪਹਿਲੇ ਯੁੱਗਾਂ ਦੇ ਵਿੱਚ ਲੋਕ ਜੱਗ ਕਰਦੇ ਹੁੰਦੇ ਸੀਗੇ ਜੀ, ਬੜੇ ਬੜੇ ਵੱਡੇ ਜੱਗ ਕਰਦੇ ਹੁੰਦੇ ਸਨ। ਹਾਂਜੀ। ਹੋਮਤ ਦੇਵਤਾਨ ਤ੍ਰਿਪਤਨ ਤੇ। ਹੋਮ ਕਰਦੇ, ਦੇਵਤਿਆਂ ਨੂੰ ਤ੍ਰਿਪਤ ਕਰਦੇ ਜੀ। ਜੱਗ ਕਰਦੇ ਵਿੱਚ ਆਹੂਤੀਆਂ ਪਾਉਂਦੇ ਦੇਵਤਿਆਂ ਦੇ ਨਾਮ ਦੀਆਂ, ਦੇਵਤਿਆਂ ਨੂੰ ਖੁਸ਼ ਕਰਦੇ ਸਨ। ਮਹਾਰਾਜ ਕਹਿੰਦੇ ਦੁਆਪਰ ਵਿੱਚ, ਤ੍ਰੇਤੇ ਵਿੱਚ, ਸਤਜੁਗ ਵਿੱਚ। ਹਾਂਜੀ। ਤੇਹ ਸਮ ਫਲ ਸਿੱਖ ਦੇਹੋ ਆਹਾਰਾ। ਤੇਹ ਸਮ ਫਲ ਸਿੱਖ ਦੇਹੋ ਆਹਾਰਾ। ਮਹਾਰਾਜ ਕਹਿੰਦੇ ਵੱਡੇ ਵੱਡੇ ਜੱਗ ਕਰਦੇ, ਆਹੂਤੀਆਂ ਦਿੰਦੇ, ਦੇਵਤਿਆਂ ਨੂੰ ਮਨਾਉਂਦੇ, ਇੰਨੀ ਖੇਚਲ ਕਰਕੇ ਜਿਹੜਾ ਉਹਨਾਂ ਨੂੰ ਫਲ ਮਿਲਣਾ ਸੀ ਨਾ, ਹੁਣ ਕਿਸੇ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦਿਓ, ਫਲ ਮਿਲ ਜਾਏਗਾ। ਮਹਾਰਾਜ ਕਹਿੰਦੇ ਕਿੰਨਾ ਵੱਡਾ ਫਲ ਹੈ ਜੀ, ਕਿੰਨਾ ਵੱਡਾ ਫਲ ਹੈ ਜੀ। ਤੇ ਨਾ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਂਪੁਰਖ, ਪਦਮ ਸ਼੍ਰੀ ਭਾਰਤ ਸਰਕਾਰ ਨੇ ਉਹਨਾਂ ਨੂੰ ਦਿੱਤਾ ਸੀਗਾ ਜੀ। ਤੇ ਹੁਣ ਉੱਥੇ ਅੱਗੇ 8 ਪਹਿਰ ਲੰਗਰ ਚੱਲਦਾ ਖਡੂਰ ਸਾਹਿਬ, ਉਹਨਾਂ ਦੇ ਪ੍ਰਬੰਧ ਹੇਠ ਹੈ। ਤੇ ਪ੍ਰੇਮੀ ਨਾ ਗੁਰਮੁਖਾਂ ਨੂੰ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ, ਸਿੰਘ ਗਜਾ ਕਰਨ ਜਾਂਦੇ ਆ, ਮੰਗ ਮੰਗ ਕੇ ਰੋਜ਼ ਗ੍ਰਸਤੀਆਂ ਦੇ ਘਰੋਂ ਮੰਗ ਕੇ ਲੈ ਕੇ ਆਉਂਦੇ ਆ, ਤੇ ਉਹ ਵਰਤਦਾ ਸਿੰਘ ਕਾਰ ਸੇਵਾ ਵਾਲੇ ਛਕਦੇ ਆ, ਤੇ ਲੰਗਰ ਇੱਥੇ ਹੀ ਪੱਕਣ ਦਿਆ, ਤੇ ਸਾਨੂੰ ਮੰਗਣ ਦੀ ਕੀ ਲੋੜ ਹੈ। ਤੇ ਉਹ ਮਹਾਂਪੁਰਖ ਕਹਿਣ ਲੱਗੇ, ਪਿਆਰਿਓ ਗਜਾ ਕਰਨੀ ਨਹੀਂ ਛੱਡਣੀ। ਕਹਿੰਦੇ ਉਹਦਾ ਕਾਰਨ ਇਹ ਹੈ, ਵੇਖੋ ਇੱਕ ਸਿੱਖ ਗਰੀਬ ਸਿੱਖ ਹੈਗਾ, ਕਹਿੰਦੇ ਸਾਲ ਦੇ 365 ਦਿਨ ਨੇ, ਤੇ ਉਹ ਰੋਜ਼ 5 ਪ੍ਰਸ਼ਾਦੇ ਤੁਹਾਨੂੰ ਦਿੰਦਾ ਹੈ। ਉਹਦੀ ਇੰਨੀ ਸਮਰੱਥਾ ਹੈ, 5 ਪ੍ਰਸ਼ਾਦੇ ਪਕਾ ਕੇ ਦਿੰਦਾ ਤੁਹਾਨੂੰ। ਜੋ ਕੋਈ 2 ਦਿੰਦਾ, ਤੇ ਕਹਿੰਦੇ ਇੱਕ ਗੱਲ ਸੋਚੋ, ਸਾਲ ਵਿੱਚ 365 ਸਿੰਘਾਂ ਦਾ ਪ੍ਰਸ਼ਾਦਾ ਕਰ ਦਿੱਤਾ ਉਹਨੇ। ਕਹਿੰਦੇ ਉਂਝ ਗਰੀਬ ਕਰ ਸਕਦਾ, ਉਹਦਾ ਕਿਵੇਂ ਭਲਾ ਹੋਣਾ? ਉਂਝ ਨਹੀਂ ਉਹ ਕਰ ਸਕਦਾ, ਇੰਝ ਉਹਨੇ ਕਿੰਨਾ ਭਲਾ ਕਰ ਲਿਆ। ਸੋ ਸੰਗਤ ਜੀ, ਇਹ ਮਹਾਰਾਜ ਦੀ ਚਲਾਈ ਮਰਜ਼ਾਦਾ ਹੈ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿ ਰਹੇ, ਮਹਾਰਾਜ ਕਹਿੰਦੇ ਸਿੱਖ ਨੂੰ ਆਹਾਰ ਦਿਓ, ਬੜਾ ਫਲ ਮਿਲੇਗਾ। ਭਾਉ ਕਰਹੁ ਲਿਓ ਭਗਤ ਆਧਾਰਾ। ਫਿਰ ਪ੍ਰੇਮਾ ਭਗਤੀ ਕਰੋ, ਇਹਨੂੰ ਆਧਾਰ ਬਣਾ ਲਓ, ਲੰਗਰ ਤੇ ਸਿਮਰਨ। ਤੇ ਬੜੇ ਬੜੇ ਸਿੱਖ ਪੰਥ ਦੇ ਮਹਾਂਪੁਰਖ ਹੋਏ ਜੀ, ਜਿਨ੍ਹਾਂ ਦੋਵਾਂ ਗੱਲਾਂ ਨੂੰ ਆਧਾਰ ਬਣਾਇਆ ਜੀ, ਇੱਕ ਲੰਗਰ, ਦੂਜਾ ਸਿਮਰਨ। ਹਾਂਜੀ। ਜੀਵਤ ਰਹੋ ਸਰਬ ਸੁਖ ਪਾਵੋ। ਹਾਂਜੀ। ਵਾਹਿਗੁਰੂ ਔਰ ਬਿਖੈ ਬਸਾਵੋ। ਮਹਾਰਾਜ ਕਹਿੰਦੇ ਜਿਉਂਦੇ ਰਹੋਗੇ ਪ੍ਰਸ਼ਾਦੇ ਕਰਕੇ, ਤੇ ਵਾਹਿਗੁਰੂ ਦਾ ਨਾਮ ਜਪ ਕੇ ਸੁੱਖ ਮਿਲਣਾ। ਇਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਹਿਰਦੇ ਵਿੱਚ ਤੇ ਉਹਦੀ ਮਿਹਰ ਨਾਲ ਵਸਣਾ ਜੀ। ਨਾਮ ਪਰਮੇਸ਼ਰ ਦੀ ਮਿਹਰ ਨਾਲ ਹਿਰਦੇ ਵਿੱਚ ਵਸਣਾ। ਪਰ ਅਸੀਂ ਯਤਨ ਤੇ ਕਰ ਸਕਦੇ ਨਾ ਜੀ। ਯਤਨ ਕੀ ਹੈ? ਪ੍ਰੇਮ ਨਾਲ ਜਪੋ, ਇਕਾਗਰਤਾ ਦੇ ਨਾਲ ਜਪੋ।
ਹਾਂਜੀ। ਗ੍ਰਹਿਸਤ ਵਿਖੇ ਸੁਖ ਲਹੋ ਸੁਖਾਰੇ। ਬਾਕੀ ਗ੍ਰਸਤੀ ਧਰਮ ਵਿੱਚ ਰਹਿ ਕੇ ਘਰ ਬੈਠਿਆਂ ਹੀ ਸਾਰੇ ਸੁੱਖ ਹੈਗੇ, ਮਹਾਰਾਜ ਕਹਿਣ ਲੱਗੇ। ਹਾਂਜੀ। ਜਥਾ ਕਰਨ ਤਪ ਵਿਪਨ ਮਝਾਰੇ। ਜਿਹੜੇ ਵਣ ਦੇ ਵਿੱਚ ਜਾ ਕੇ ਤਪ ਕਰਨਾ ਨਾ, ਤੇ ਉਸ ਤਪ ਦਾ ਫਲ ਮਿਲਣਾ, ਮਹਾਰਾਜ ਕਹਿੰਦੇ ਉਸ ਤਪ ਦਾ ਫਲ ਤੁਹਾਨੂੰ ਘਰ ਬੈਠਿਆਂ ਹੀ ਮਿਲ ਸਕਦਾ ਜੀ। ਗੁਰਸਿੱਖਾਂ ਨੂੰ ਛਕਾਓ ਪ੍ਰਸ਼ਾਦਾ ਤੇ ਜਪੋ ਵਾਹਿਗੁਰੂ ਦਾ ਨਾਮ, ਘਰ ਬੈਠਿਆਂ ਹੀ ਫਲ ਮਿਲਣਾ ਜੀ। ਘਰ ਬੈਠਿਆਂ ਹੀ ਫਲ ਮਿਲਣਾ। ਇਹ ਹੁਣ ਕੰਮ ਮਾਤਾਵਾਂ ਮੇਰੇ ਲਾਗੇ ਬੈਠੀਆਂ ਨੇ, ਸਾਹਮਣੇ ਦਰਸ਼ਨ ਦੇ ਰਹੀਆਂ ਨੇ, ਤੁਸੀਂ ਇਹ ਕੰਮ ਕਰ ਸਕਦੀਆਂ ਜੀ। ਬੰਦਿਆਂ ਕੋ ਨਹੀਂ ਟਾਈਮ ਹੁੰਦਾ, ਉਹਨਾਂ ਆਪ ਤੇ ਪ੍ਰਸ਼ਾਦੇ ਲਾਉਣੇ ਨਹੀਂ। 2-4 ਪ੍ਰਸ਼ਾਦੇ ਕਿਸੇ ਗਰੀਬ ਨੂੰ ਛਕਾ ਦਿਆ ਕਰੋ, ਭਲਾ ਹੋ ਜਾਂਦਾ। ਹਾਂਜੀ। ਦੋਏ ਸ਼ੀਂਬੇ ਮਲਿਆਰ ਸਹਾਰੂ। 2 ਸਾਧ ਸੰਗਤ ਜੀ ਛੀਂਬੇ ਬਰਾਦਰੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ। ਇੱਕ ਦਾ ਨਾਮ ਹੈ ਮਲਿਆਰ, ਇੱਕ ਦਾ ਨਾਮ ਹੈ ਸਹਾਰੂ। ਪਰੇ ਚਰਨ ਲਖ ਗੁਰ ਸੁਖ ਕਾਰੂ। ਆ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਉਹਨਾਂ ਨੇ ਮੱਥਾ ਟੇਕਿਆ। ਤਿੰਨ ਪ੍ਰਤ ਕਰਤ ਭਏ ਉਪਦੇਸ਼। ਤੇ ਮਹਾਰਾਜ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਮਿਹਰ ਕਰੋ, ਉਪਦੇਸ਼ ਦਿਓ। ਗੱਜ ਕੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਤੇ ਸੱਚੇ ਪਾਤਸ਼ਾਹ ਹੁਣ ਉਹਨਾਂ ਨੂੰ ਉਪਦੇਸ਼ ਦੇ ਰਹੇ ਆ। ਹਾਂਜੀ। ਸਿੱਖਨ ਸੇਵਾ ਕਰੋ ਵਿਸ਼ੇਸ਼। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਪਿਆਰਿਓ ਸਿੱਖਾਂ ਦੀ ਸੇਵਾ ਕਰਿਆ ਕਰੋ, ਸਿੱਖਾਂ ਦੀ ਸੇਵਾ ਕਰਿਆ ਕਰੋ। ਹਾਂਜੀ। ਸੀਵੋਂ ਬਸਤਰ ਅੰਗ ਪਹਿਰਾਵੋ। ਹੁਣ ਤੁਸੀਂ ਕਹੋਗੇ ਛਿੰਬਾ ਕਿਉਂ ਆਖਿਆ ਇਹਨੇ ਕਥਾ ਦੇ ਵਿੱਚ? ਅਸਲ ਵਿੱਚ ਗੁਰੂ ਸਾਹਿਬ ਦੇ ਘਰ ਤੇ ਸਾਰਾ ਬਰਾਬਰ ਹੀ ਹੈ, ਪਰ ਇਸ ਬਰਾਦਰੀ ਦੇ ਜਿਹੜੇ ਵੀਰ ਹੈ ਉਹ ਕੀ ਕਰਦੇ ਸਨ? ਕੱਪੜੇ ਸੀਂਦੇ ਹੁੰਦੇ ਸੀਗੇ ਜੀ, ਦਰਜੀ ਹੁੰਦੇ ਸਨ। ਤੇ ਮਹਾਰਾਜ ਉਹਨਾਂ ਨੂੰ ਉਹੋ ਜਿਹਾ ਹੀ ਉਪਦੇਸ਼ ਦੇ ਰਹੇ। ਮਹਾਰਾਜ ਕਹਿੰਦੇ ਤੁਸੀਂ ਇੰਝ ਕਰਿਆ ਕਰੋ, ਕੱਪੜੇ ਸੀ ਕੇ ਸਿੱਖਾਂ ਨੂੰ ਦੇ ਦਿਆ ਕਰੋ, ਮਾਇਆ ਨਾ ਲਿਆ ਕਰੋ, ਉਹਨਾਂ ਨੂੰ ਵੈਸੇ ਹੀ ਕੱਪੜੇ ਸੀ ਦਿਆ ਕਰੋ। ਹੁਣ ਸਾਧ ਸੰਗਤ ਜੀ, ਬੰਦਾ ਇੰਨਾ ਕਿਤੇ ਕੰਮ ਕਰ ਹੀ ਸਕਦਾ ਜੀ। ਹੁਣ ਜਿਹੜਾ ਦਰਜੀ ਹੈ ਜੀ, ਹਾਂਜੀ, ਉਹਨੇ ਇੰਨੀ ਮਾਇਆ ਕਮਾਉਣੀ ਹੈ, ਲੋਕਾਂ ਦੇ ਕੱਪੜੇ ਸੀ ਕੇ ਇੱਕ ਗੁਰਸਿੱਖ ਨੂੰ ਮੁਫਤ ਸੀ ਦੇ ਦਿਓ, ਉਹਦੀ ਇਹੋ ਹੀ ਸੇਵਾ ਹੈ। ਹਾਂਜੀ। ਹੋਏ ਮਲੀਨ ਜੇ ਮੈਲ ਗਵਾਵੋ। ਮਹਾਰਾਜ ਕਹਿਣ ਲੱਗੇ ਫਿਰ ਇੱਕ ਕੰਮ ਹੋਰ ਹੋ ਸਕਦਾ, ਇੱਕ ਸੇਵਾ ਹੋਰ ਹੋ ਸਕਦੀ ਹੈ। ਕੀ? ਜੇ ਗੁਰਸਿੱਖ ਦੇ, ਕਿਸੇ ਸਿੱਖ ਦੇ, ਕਿਸੇ ਰੱਬ ਦੇ ਪਿਆਰੇ ਦੇ ਕੱਪੜੇ ਮੈਲੇ ਹੈ ਨਾ, ਤੇ ਉਹਦੇ ਕੱਪੜੇ ਧੋ ਦਿਆ ਕਰੋ। ਤੇ ਮੇਰੇ ਖਿਆਲ ਨਾਲ ਆਪਾਂ ਚੋਂ ਕੋਈ ਵਿਰਲਾ ਹੀ ਹੋਏਗਾ ਜਿਹਨੇ ਕਦੀ ਕਿਸੇ ਸਿੱਖ ਨੂੰ ਕਿਹਾ ਹੋਵੇ ਵੀ ਲਾਓ ਜੀ ਕੱਪੜੇ, ਮੈਂ ਤੁਹਾਡੇ ਕੱਪੜੇ ਧੋ ਦੇਣਾ ਜੀ। ਕੋਈ ਝੂਠੇ ਕੱਪੜੇ ਹੈਗੇ ਤਾਂ ਦੇ ਦਿਓ, ਅਸੀਂ ਸੇਵਾ ਕਰ ਦਈਏ। ਇੱਕ ਗੱਲ ਚੇਤਾ ਰੱਖਿਓ, ਜਿਉਂ-ਜਿਉਂ ਕੱਪੜਿਆਂ ਤੋਂ ਮੈਲ ਲੱਥਦੀ, ਤਿਉਂ-ਤਿਉਂ ਗੁਰੂ ਦੀ ਮਿਹਰ ਨਾਲ ਬੰਦੇ ਦੇ ਮਨ ਤੋਂ ਵੀ ਮੈਲ ਲੱਥੀ ਜਾਂਦੀ ਜੀ। ਹਾਂਜੀ। ਉਜਲ ਆਸ਼ੇ ਕਰ ਦੇਹੋ। ਮਹਾਰਾਜ ਕਹਿੰਦੇ ਆ ਸਫੇਦ ਚਿੱਟੇ ਕੱਪੜੇ ਕਰਕੇ ਦਿਆ ਕਰੋ ਗੁਰਸਿੱਖਾਂ ਨੂੰ। ਔਰ ਉਜਲਤਾ ਪੁਨ ਤੁਮ ਲੇਹੋ। ਮਹਾਰਾਜ ਕਹਿੰਦੇ ਵੇਖਿਓ, ਜਿੰਨੇ ਕੱਪੜੇ ਸਾਫ਼ ਕਰੋਗੇ ਓਨਾ ਤੁਹਾਡਾ ਮਨ ਸਾਫ਼ ਹੋਏਗਾ। ਗੱਜ ਕੇ ਆਖੋ ਵਾਹਿਗੁਰੂ। ਸੱਚੀ ਗੱਲ ਤੇ ਕਦੀ ਨਾ ਇਦਾਂ ਕਰਕੇ ਵੇਖਿਓ ਤੁਹਾਡੇ ਮਨ ਨੂੰ ਸ਼ਾਂਤੀ ਵੱਖਰੀ ਮਿਲਣੀ ਜੀ। ਕਿਸੇ ਗੁਰਸਿੱਖ ਦੇ ਬਸਤਰ ਜਿਹਦੀ ਸਮਰੱਥਾ ਨਾ ਹੋਵੇ, ਉਹਦੇ ਕੱਪੜੇ ਧੋ ਦਿਓ, ਤੁਹਾਨੂੰ ਸ਼ਾਂਤੀ ਵੱਖਰੀ ਮਿਲੇਗੀ, ਅਜੀਬ ਕਿਸਮ ਦੀ ਇੱਕ ਸ਼ਾਂਤੀ ਮਿਲੇਗੀ। ਤੇ ਜਦੋਂ ਹਿਰਦਾ ਸ਼ਾਂਤ ਹੋਵੇ ਨਾ, ਸਮਝੋ ਇਹਦੀ ਮੈਲ ਲੱਥੀ ਹੈ ਥੋੜੀ ਜਿਹੀ, ਇਹਦੀ ਮੈਲ ਲੱਥੀ ਹੈ। ਮਹਾਰਾਜ ਕਹਿੰਦੇ ਵੇਖਿਓ, ਜਿਵੇਂ ਜਿਵੇਂ ਤੁਸੀਂ ਕੱਪੜੇ ਸਾਫ਼ ਕਰੋਗੇ, ਤਿਉਂ-ਤਿਉਂ ਤੁਹਾਡਾ ਮਨ ਸਾਫ਼ ਹੋਏਗਾ। ਹਾਂਜੀ। ਗੁਰ ਕੇ ਸੰਗ ਗੰਢ ਤਬ ਪਰੈ। ਫਿਰ ਮਹਾਰਾਜ ਕਹਿਣ ਲੱਗੇ ਕੀ ਹੋਏਗਾ? ਗੁਰੂ ਦੇ ਨਾਲ ਗੰਢ ਪੈ ਜਾਏਗੀ। ਤੇ ਕੱਲ ਹੀ ਚਾਦਰਾਂ ਬਦਲੀਆਂ, ਮੈਨੂੰ ਚੇਤਾ ਆ ਗਿਆ, ਚਾਦਰਾਂ ਵੀ ਲੈ ਜਿਓ, ਧੋਣ ਵਾਲੀਆਂ ਨੇ, ਇੱਕ ਇੱਕ ਦੋ ਦੋ ਲੈ ਜਿਓ।
ਇਹ ਸੇਵਾ ਕੀਤਿਆਂ ਕੀ ਹੋਏਗਾ? ਗੁਰੂ ਸਾਹਿਬ ਨਾਲ ਗੰਢ ਪਏਗੀ ਤੁਹਾਡੀ, ਕਹਿਣ ਲੱਗੇ। ਹਾਂਜੀ, ਸਤ ਸੰਗਤ ਮਨ ਕੀ ਮਲ ਹਰੈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ, ਫਿਰ ਕਰਿਆ ਕਰੋ ਸੰਗਤ, ਤੁਹਾਡੇ ਮਨ ਦੀ ਮੈਲ ਦੂਰ ਹੋਏਗੀ। ਕੱਪੜੇ ਸੀ ਕੇ ਦਿਆ ਕਰੋ, ਕੱਪੜੇ ਧੋ ਕੇ ਦਿਆ ਕਰੋ, ਸਾਫ਼ ਕਰਿਆ ਕਰੋ, ਤੁਹਾਡਾ ਗੁਰੂ ਨਾਲ ਪਿਆਰ ਪਏਗਾ। ਸਤ ਸੰਗਤ ਕਰਿਆ ਕਰੋ, ਮਨ ਦੀ ਮੈਲ ਦੂਰ ਹੋਏਗੀ। ਹਾਂਜੀ, ਸ਼ਰਧਾ ਧਰੋ ਕਰੋ ਗੁਰ ਸੇਵਾ। ਇਹ ਕੰਮ ਕਰਨਾ ਕਿਵੇਂ ਹੈ? ਸ਼ਰਧਾ ਦੇ ਨਾਲ ਕਰਨਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਵੇਖੋ, ਸੰਗਤ ਦੇ ਹੇਠਾਂ ਚਾਦਰਾਂ ਵਿਛਦੀਆਂ, ਜਦੋਂ ਤੁਸੀਂ ਉਹ ਧੋਣੀਆਂ ਤੇ ਸ਼ਰਧਾ ਦੇ ਨਾਲ ਕੰਮ ਕਰਨਾ ਜੀ, ਸ਼ਰਧਾ ਦੇ ਨਾਲ ਕਰਨਾ। ਤੇ ਕੱਲਾ ਬੀਬੀਆਂ ਨਹੀਂ ਇਸ ਕੰਮ ਚ ਅੱਗੇ ਜੀ। ਇੱਥੇ 2-3 ਸਿੰਘ ਹੈਗੇ ਜੀ, ਉਹ ਵੀ ਇਹ ਕੰਮ ਬੜੇ ਪਿਆਰ ਨਾਲ ਕਰਦੇ ਹੁੰਦੇ ਸੀਗੇ ਜੀ। ਮਹਾਰਾਜ ਕਹਿੰਦੇ ਸ਼ਰਧਾ ਦੇ ਨਾਲ ਕਰਨਾ, ਪ੍ਰੇਮ ਨਾਲ ਕਰਨਾ। ਹਾਂਜੀ, ਸਿਮਰੋ ਨਾਮ ਜੋ ਦੇਵਨ ਦੇਵਾ। ਤੇ ਜਿਹੜਾ ਦੇਵਤਿਆਂ ਦਾ ਵੀ ਦੇਵਤਾ, ਪ੍ਰਕਾਸ਼ ਸਰੂਪ ਹੈ ਵਾਹਿਗੁਰੂ, ਉਹਦਾ ਨਾਮ ਸਿਮਰਨਾ, ਉਹਦਾ ਨਾਮ ਜਪਣਾ। ਕੀ? ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਕਹਿੰਦੇ ਜਪਿਆ ਕਰੋ। ਹਾਂਜੀ, ਇੱਕ ਪਾਂਧਾ ਬੂਲਾ ਜਿਸ ਨਾਮ। ਇੱਕ ਪਾਂਧਾ ਜੀ, ਪਾਂਧਾ ਪੰਡਤ ਹੈ, ਵਿਦਵਾਨ ਹੈ, ਉਹਦਾ ਨਾਮ ਹੈ ਬੂਲਾ। ਹਾਂਜੀ, ਨਮੋ ਠਾਨ ਆਇਓ ਗੁਰਸਾਮ। ਉਹਨੇ ਸੱਚੇ ਪਾਤਸ਼ਾਹ ਜੀ ਦੀ ਬੜੀ ਮਹਿਮਾ ਸੁਣੀ। ਮਹਿਮਾ ਸੁਣ ਕੇ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਜੀ ਆ ਕੇ। ਵਾਹਿਗੁਰੂ। ਹਾਂਜੀ, ਕਹਿਤ ਭਇਓ ਸੇਵਾ ਨਹਿ ਹੋਏ। ਉਹ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਕੋਲੋਂ ਸੇਵਾ ਨਹੀਂ ਹੁੰਦੀ। ਕਈਆਂ ਨੂੰ ਟਾਈਮ ਹੀ ਨਹੀਂ ਮਿਲਦਾ ਸੇਵਾ ਦਾ ਜੀ, ਤੇ ਕਈਆਂ ਦੀ ਕਿਸਮਤ ਹੀ ਇਹੋ ਜਿਹੀ ਹੁੰਦੀ, ਉਹ ਚਾਹਣ ਵੀ ਸੇਵਾ ਕਰੀਏ, ਸੇਵਾ ਕਰ ਹੀ ਨਹੀਂ ਸਕਦੇ ਜੀ। ਮਹਾਰਾਜ ਮੇਰੇ ਕੋਲੋਂ ਸੇਵਾ ਨਹੀਂ ਹੁੰਦੀ। ਹਾਂਜੀ, ਦਿਜ ਕੋ ਜਾਨ ਕਰਾਏ ਨਾ ਕੋਏ। ਕਾਰਨ ਇਹ ਵੀ ਇੱਕ ਕਾਰਨ 'ਚ। ਮਹਾਰਾਜ ਮੈਂ ਜਦੋਂ ਸੇਵਾ ਕਰਨ ਲੱਗਦਾ ਨਾ, ਲੋਕੀ ਕਹਿੰਦੇ ਨਾ ਤੁਸੀਂ ਤੇ ਬ੍ਰਾਹਮਣ ਦੇਵਤਾ ਹੋ, ਤੁਹਾਡੇ ਕੋਲ ਸੇਵਾ ਨਹੀਂ ਕਰਾਉਣੀ। ਤੇ ਸੱਚੀ ਗੱਲ 'ਚ ਮੈਨੂੰ ਇੱਕ ਗੁਰਮੁਖ ਕਹਿਣ ਲੱਗੇ, ਉਹ ਵੀ ਕਥਾ ਕਰਦੇ, ਕਹਿੰਦੇ ਮੈਂ ਭਾਂਡੇ ਮਾਂਜਣ ਚਲੇ ਗਿਆ ਦਰਬਾਰ ਸਾਹਿਬ, ਤੇ ਉੱਥੇ ਪ੍ਰੇਮੀ ਜਾਣਕਾਰ ਸਨ, ਕਹਿੰਦੇ ਨਾ ਤੁਸੀਂ ਨਾ ਕਰਿਓ। ਕਹਿੰਦੇ ਹਾਂਜੀ, ਸਾਰਿਆਂ ਨੂੰ ਸੇਵਾ ਕਰਨ ਦੇਣੀ ਚਾਹੀਦੀ ਹੈ। ਉਹ ਕਹਿੰਦੇ ਮਹਾਰਾਜ ਲੋਕ ਮੇਰਾ ਸਤਿਕਾਰ ਕਰਦੇ ਤੇ ਮੈਨੂੰ ਸੇਵਾ ਨਹੀਂ ਕਰਨ ਦਿੰਦੇ। ਹਾਂਜੀ, ਜਿਸ ਪ੍ਰਕਾਰ ਹੋਏ ਮਮ ਕਲਿਆਣ। ਤੇ ਸੇਵਾ ਨਾਲ ਭਲਾ ਹੋਣਾ, ਮੇਰਾ ਕਿਵੇਂ ਭਲਾ ਹੋਏਗਾ? ਹਾਂਜੀ, ਕਰੋ ਆਪ ਉਪਦੇਸ਼ ਮਹਾਨ। ਸੱਚੇ ਪਾਤਸ਼ਾਹ ਮੈਨੂੰ ਉਪਦੇਸ਼ ਦਿਓ, ਮੈਨੂੰ ਵੀ ਕੁਝ ਦੱਸੋ। ਹਾਂਜੀ, ਕਰਿਓ ਬਚਨ ਪਠ ਸਤਿਗੁਰ ਬਾਣੀ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਕਮਾਲ ਹੈ ਗੁਰੂ ਅਮਰਦਾਸ ਸਾਹਿਬ। ਮਹਾਰਾਜ ਕਹਿੰਦੇ ਫਿਰ ਤੇਰੀ ਇਹ ਸੇਵਾ ਹੈ, ਤੂੰ ਬਾਣੀ ਪੜ੍ਹ ਕੇ ਨਾ, ਹਾਂਜੀ, ਕੀਜੈ ਕਥਾ ਪ੍ਰੇਮ ਕੋ ਠਾਨੀ। ਤੇ ਤੂੰ ਕਥਾ ਕਰਿਆ ਕਰ, ਤੇਰੀ ਕਥਾ ਹੀ ਸੇਵਾ ਹੈਗੀ ਹੈ। ਗੱਜ ਕੇ ਆਖੋ ਵਾਹਿਗੁਰੂ। ਕਈ ਕਹਿੰਦੇ ਜੀ ਅਸੀਂ ਕਥਾ ਕਰਕੇ ਕੀਰਤਨ ਕਰਕੇ ਸੰਗਤ ਦੇ ਜੋੜੇ ਝਾੜਦੇ ਆ। ਪਿਆਰਿਓ, ਇਹ ਜੋੜੇ ਝਾੜਨਾ ਨਹੀਂ, ਇਹ ਬੜੀ ਉੱਚੀ ਸੇਵਾ ਗੁਰੂ ਜੀ ਨੇ ਦਿੱਤੀ ਹੈ। ਗੁਰੂ ਦੀ ਬਾਣੀ ਦਾ ਭੋਜਨ ਪਰੋਸ ਕੇ ਗੁਰੂ ਕੇ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਇਹ ਛੋਟੀ ਜ਼ਿੰਮੇਵਾਰੀ ਨਹੀਂ ਹੈਗੀ ਜੀ। ਹਾਂਜੀ, ਮਹਾਰਾਜ ਕਹਿੰਦੇ ਤੂੰ ਕਥਾ ਕਰਿਆ ਕਰ ਪ੍ਰੇਮ ਨਾਲ, ਤੇਰੀ ਇਹੋ ਹੀ ਸੇਵਾ ਹੈਗੀ ਹੈ। ਸਤ ਸੰਗਤ ਮੈਂ ਕਰਹੁ ਸੁਨਾਵਨ। ਬਾਣੀ ਪੜ੍ਹ ਕੇ ਬਾਣੀ ਦੀ ਕਥਾ ਕਰਨੀ ਹੈ ਤੇ ਫਿਰ ਗੁਰੂ ਦੀ ਸੰਗਤ ਨੂੰ ਸੁਣਾਉਣੀ ਹੈ। ਹਾਂਜੀ, ਗੁਰਮਤ ਸਿੱਖਨ ਕੋ ਸਿਖਰਾਵਨ। ਗੁਰੂ ਜੀ ਦੇ ਬਚਨ ਪੜ੍ਹ ਕੇ ਤੇ ਗੁਰੂ ਜੀ ਦੇ ਸਿੱਖਾਂ ਨੂੰ ਦੱਸਣੇ ਵੀ ਗੁਰੂ ਜੀ ਇਹ ਕਹਿੰਦੇ ਆ। ਕੀਰਤਨੀਏ ਦੀ ਕੀਰਤਨ ਹੀ ਬੜੀ ਵੱਡੀ ਸੇਵਾ ਹੈ, ਕਥਾ ਵਾਲੇ ਦੀ ਕਥਾ ਵੀ ਬੜੀ ਵੱਡੀ ਸੇਵਾ ਹੈ। ਸੋ ਮਹਾਰਾਜ ਕਹਿਣ ਲੱਗੇ ਤੂੰ ਇਹ ਸੇਵਾ ਕਰਿਆ ਕਰ। ਹਾਂਜੀ, ਪੋਥੀ ਲਿਖੋ ਸਫਲ ਗੁਰਬਾਣੀ। ਮਹਾਰਾਜ ਬਾਕੀ ਕਹਿਣ ਲੱਗੇ ਤੂੰ ਬ੍ਰਾਹਮਣ ਹੈ, ਪੜ੍ਹਿਆ ਲਿਖਿਆ ਹੈ,
ਬੋਲੇ ਤੂੰ ਬਾਣੀ ਦੀ ਪੋਥੀ ਲਿਖ ਦਿਆ ਕਰ, ਕਹਿੰਦੇ ਕਿਸੇ ਨੂੰ ਦੇਤੀ ਲਿਖ ਕੇ ਵੀ ਪੜੋ ਬਾਣੀ। ਹਾਂਜੀ, ਗੁਰ ਨਿਮਿਤ ਦੀਜੈ ਸਿੱਖ ਜਾਨੀ। ਸਿੱਖਾਂ ਨੂੰ ਦੇਣੀ ਹੈ। ਪਹਿਲਾਂ ਗੁਰਸਿੱਖੇ ਸੇਵਾ ਕਰਦੇ ਹੁੰਦੇ ਸੀਗੇ। ਉਦੋਂ ਪ੍ਰੈਸਾਂ ਨਹੀਂ ਸੀ ਹੁੰਦੀਆਂ, ਗੁਟਕਾ ਸਾਹਿਬ ਛਪਦੇ ਨਹੀਂ ਸੀ ਹੁੰਦੇ, ਤੇ ਜਪਜੀ ਸਾਹਿਬ ਦਾ ਪਾਠ ਲਿਖ ਕੇ ਦੇਣਾ ਜੀ ਇੱਕ ਦੂਜੇ ਨੂੰ। ਉਹ ਪਿਆਰ ਨਾਲ ਪੜ੍ਹਨਾ ਗੁਰਸਿੱਖਾਂ ਨੇ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਲਿਖ ਲਿਖ ਕੇ ਦੇਣੇ। ਤੇ ਇੱਕ ਸਾਡੇ ਵਿੱਚ ਨਾ ਨਿਗਾਰ ਆਇਆ, ਉਹ ਪਤਾ ਕੀ ਹੈ, ਉਦੋਂ ਨਾ ਤੇ ਮੋਬਾਈਲਾਂ 'ਚ ਹੀ ਬਾਣੀ ਸੀਗੀ ਤੇ ਨਾ ਗੁਟਕਾ ਸਾਹਿਬ ਹੀ ਛਪਦੇ ਸੀਗੇ। ਉਦੋਂ ਗੁਰਸਿੱਖ ਹੱਥਾਂ ਨਾਲ ਬਾਣੀ ਲਿਖਦੇ ਸਨ, ਹੱਥ ਲਿਖਤ ਪੋਥੀਆਂ ਪੜ੍ਹਦੇ ਸਨ, ਪਰ ਗੁਰਬਾਣੀ ਉਹਨਾਂ ਨੂੰ ਕੰਠ ਹੁੰਦੀ ਸੀਗੀ ਜੀ। ਤੁਸੀਂ ਸੁਣਿਆ ਨਾ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੇ ਆ ਮਧਾਣੀ ਦੇ ਨਾਲ, ਤੇ ਗੁਰੂ ਅਮਰਦਾਸ ਜੀ ਉਹ ਬਾਣੀ ਸੁਣ ਰਹੇ ਆ। ਕਿੱਡਾ ਮਹਿੰਗਾ ਸ਼ਬਦ ਸੀਗਾ ਜਿਹੜਾ ਬੀਬੀ ਅਮਰੋ ਜੀ ਪੜ੍ਹ ਰਹੇ ਸਨ ਜੀ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹਾ। ਇਹਦਾ ਭਾਵ ਪਤਾ ਕੀ ਹੈ? ਇਹਦਾ ਭਾਵ ਇਹ ਹੈ ਵੀ ਬੀਬੀ ਅਮਰੋ ਜੀ ਨੂੰ ਗੁਰੂ ਜੀ ਦੀ ਬਾਣੀ ਜ਼ੁਬਾਨੀ ਯਾਦ ਸੀਗੀ ਜੀ। ਅਸੀਂ ਨਹੀਂ ਬਾਣੀ ਯਾਦ ਕਰਦੇ, ਇੱਕ ਸ਼ਬਦ ਵੀ ਨਹੀਂ ਯਾਦ ਕਰਦੇ ਜੀ। ਤੇ ਜਿਹੜੇ ਆਪਾਂ ਸ਼ਬਦ ਪੜ੍ਹਦੇ ਹਾਂ ਹੁਕਮਨਾਮੇ ਤੋਂ ਪਹਿਲਾਂ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਉਹ ਵੀ ਸਾਧ ਸੰਗਤ ਕਈ ਅਸ਼ੁੱਧ ਹੀ ਬੋਲੀ ਜਾਂਦੇ ਜੀ। ਤੇ ਫਿਰ ਕਿਵੇਂ ਪਤਾ ਲੱਗੇਗਾ ਵੀ ਅਸੀਂ ਸਿੱਖ ਹੈਗੇ ਹਾਂ ਜੀ? ਹਾਂਜੀ, ਕਿੱਥੋਂ ਪਤਾ ਲੱਗੂਗਾ ਸਿੱਖ ਹੈਗੇ? ਸਿੱਖ ਦਾ ਜੀਵਨ ਤੇ ਗੁਰੂ ਜੀ ਦੀ ਬਾਣੀ ਤੇ ਉਹਦੇ ਨਾਲ ਤੇ ਪਿਆਰ ਕੋਈ ਨਹੀਂ ਹੈਗਾ ਜੀ। ਕਦੀ ਮਨ 'ਚ ਫੁਰਨਾ ਪੈਦਾ ਹੋਇਆ ਵੀ ਆਪਾਂ ਸ਼ਬਦ ਕੰਠ ਕਰੀਏ, ਮਹਾਰਾਜ ਦੀ ਬਾਣੀ ਕੰਠ ਕਰੀਏ? ਪਹਿਲਾਂ ਗੁਟਕਾ ਸਾਹਿਬ ਨਹੀਂ ਸੀ ਹੁੰਦੇ, ਮੋਬਾਈਲ 'ਚ ਬਾਣੀ ਨਹੀਂ ਸੀ ਹੁੰਦੀ। ਸਿੱਖ ਲਿਖ ਲਿਖ ਕੇ ਬਾਣੀਆਂ ਇੱਕ ਦੂਜੇ ਨੂੰ ਦਿੰਦੇ ਸਨ, ਪਰ ਜ਼ੁਬਾਨੀ ਸਾਰਿਆਂ ਨੂੰ ਯਾਦ ਹੁੰਦੀ ਸੀਗੀ। ਹੁਣ ਕੁਝ ਵੀ ਨਹੀਂ ਹੈਗਾ ਜੀ। ਚਿੰਤਾਵਾਂ ਵੀ ਤਾਂ ਵਧੀਆਂ, ਦੁੱਖ ਵੀ ਤਾਂ ਵਧੇ ਹੈ, ਕਿਉਂਕਿ ਸਾਡਾ ਬਾਣੀ ਨਾਲ ਪਿਆਰ ਕੋਈ ਨਹੀਂ ਹੈਗਾ ਜੀ। ਮਹਾਰਾਜ ਕਹਿਣ ਲੱਗੇ ਹੈ, ਲਿਖੋ ਪੋਥੀ ਲਿਖੋ ਸੁਫਲ ਗੁਰਬਾਣੀ। ਮਹਾਰਾਜ ਕਹਿੰਦੇ ਗੁਰਬਾਣੀ ਦੀਆਂ ਪੋਥੀਆਂ ਲਿਖ ਲਿਖ ਕੇ ਸਿੱਖਾਂ ਨੂੰ ਦਿਆ ਕਰ। ਜੇ ਕੋ ਆਪ ਦਰਬ ਦੇ ਜਾਏ। ਤੇ ਜਦੋਂ ਤੂੰ ਪੋਥੀ ਲਿਖ ਕੇ ਦੇਣੀ ਹੈ ਜਾਂ ਕਥਾ ਕਰਨੀ ਹੈ, ਤੇ ਜੇ ਤੈਨੂੰ ਕੋਈ ਆਪ ਆ ਕੇ ਮਾਇਆ ਦਵੇ ਵੀ ਆਹ ਲਓ ਜੀ ਤੁਸੀਂ ਕਥਾ ਕੀਤੀ ਹੈ, ਆਹ ਲਓ ਤੁਸੀਂ ਮੈਨੂੰ ਪੋਥੀ ਲਿਖ ਕੇ ਦਿੱਤੀ ਹੈ, ਕੋਈ ਸਤਿਕਾਰ ਵਜੋਂ ਤੈਨੂੰ ਮਾਇਆ ਦੇ ਜਾਵੇ, ਉਹ ਤੂੰ ਲੈ ਲੈਣੀ ਹੈ। ਹਾਂਜੀ, ਧਰ ਸੰਤੋਖ ਵਰਤੀਐ ਪਾਏ। ਸੰਤੋਖ ਧਾਰ ਕੇ ਉਹ ਵਰਤਣੀ ਹੈ, ਮਹਾਰਾਜ ਕਹਿਣ ਲੱਗੇ। ਹਾਂਜੀ, ਨਹੀਂ ਆਪ ਜਾਚੋ ਕਿਸ ਪਾਸੀ। ਪਰ ਮੰਗ ਕੇ ਨਹੀਂ ਲੈਣੀ ਵੀ ਮੈਂ ਤੇ ਕਥਾ ਤਾਂ ਕਰੂੰਗਾ ਜੇ 11,000 ਦਿਓਗੇ। ਮੰਗ ਕੇ ਨਹੀਂ ਲੈਣੀ, ਮਹਾਰਾਜ ਕਹਿਣ ਲੱਗੇ। ਲੋਭ ਨਹੀਂ ਕਰਨਾ। ਹਾਂਜੀ, ਇਹ ਸੇਵਾ ਵੱਡ ਫਲੈ ਪ੍ਰਕਾਸ਼ੀ। ਤੇਰੀ ਇਹੋ ਹੀ ਸੇਵਾ ਬੜੀ ਫਲੇਗੀ, ਮਹਾਰਾਜ ਕਹਿਣ ਲੱਗੇ। ਇਹੋ ਹੀ ਸੇਵਾ ਬੜੀ ਫਲੀ ਭੂਤ ਹੋਵੇਗੀ ਜੇ ਤੂੰ ਇਹ ਕੰਮ ਕਰੇ। ਹੁਣ ਵੇਖੋ ਕਿੱਡਾ ਸੌਖਾ ਉਪਦੇਸ਼। ਕੱਪੜੇ ਸੀਣ ਵਾਲੇ ਨੂੰ ਕਿਹਾ ਤੂੰ ਕੱਪੜੇ ਇੱਕ ਅੱਧਾ ਕੱਪੜਾ ਮੁਫਤ ਸੀ ਦਿਆ ਕਰ ਸਿੱਖਾਂ ਨੂੰ, ਤੇਰੀ ਇਹੋ ਹੀ ਸੇਵਾ ਹੈ। ਗਿਆਨੀ ਨੂੰ ਆਖਿਆ ਤੂੰ ਕਥਾ ਕਰੀ ਚੱਲ, ਤੇਰੀ ਇਹੋ ਹੀ ਸੇਵਾ ਹੈ। ਹਾਂਜੀ, ਡੱਲੇ ਬਾਸੀ ਸਿੱਖ ਸਮੁਦਾਏ, ਇੱਕ ਦਿਨ ਸਕਲ ਗੁਰੂ ਢਿੱਗ ਆਏ। ਤੇ ਡੱਲੇ ਪਿੰਡ ਦੇ ਸਿੱਖ ਜਿਹੜਾ ਸੁਲਤਾਨਪੁਰ ਸਾਹਿਬ ਲਾਗੇ ਹੈ, ਉਸ ਪਿੰਡ ਦੇ ਸਿੱਖ ਇੱਕ ਦਿਨ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਜੀ। ਹਾਂਜੀ, ਦੇਖ ਦਿਓ ਸਾਂਝਾ ਉਪਦੇਸ਼। ਮਹਾਰਾਜ ਨੇ ਵੇਖਿਆ ਸਾਰੇ ਬੰਦੇ ਹੀ ਬੜੇ ਵਧੀਆ, ਮਹਾਰਾਜ ਨੇ ਸਾਰਿਆਂ ਨੂੰ ਇੱਕ ਰਸ ਇੱਕ ਬਰਾਬਰ ਬਚਨ ਸੁਣਾਇਆ ਜੀ। ਹਾਂਜੀ, ਸ਼੍ਰੀ ਸਤਿਗੁਰ ਕਰ ਕਿਰਪਾ ਵਿਸ਼ੇਸ਼। ਬੜੀ ਵਿਸ਼ੇਸ਼ ਕਿਰਪਾ ਕੀਤੀ। ਆਈ ਸੰਗਤ ਨੂੰ ਮਹਾਰਾਜ ਬਚਨ ਸੁਣਾਉਣ ਲੱਗੇ ਹੈ, ਉਪਦੇਸ਼ ਦੇਣ ਲੱਗੇ ਹੈ। ਹਾਂਜੀ, ਦਿਨ ਗੁਰਪੁਰਬ ਦਰਸ ਸਕਰਾਂਤ। ਮਹਾਰਾਜ ਕਹਿਣ ਲੱਗੇ ਗੁਰਪੁਰਬਾਂ ਵਾਲੇ ਦਿਨ ਗੱਜ ਕੇ ਆਖੋ ਵਾਹਿਗੁਰੂ। ਉਦੋਂ ਪੁਰਬ ਕਿਹੜੇ ਸੀਗੇ ਜੀ? ਸੰਗਰਾਂਦ, ਮੱਸਿਆ, ਪੁੰਨਿਆ। ਹਾਂਜੀ,
ਦੀਪਮਾਲ ਆਦਿਕ ਬਖਿਆਤ। ਦੀਪਮਾਲ ਨਾਮ ਦੀਵਾਲੀ ਦਾ ਹੈ ਜੀ। ਦੀਵਾਲੀ ਵਾਲਾ ਦਿਨ ਹੋਵੇ, ਮਹਾਰਾਜ ਕਹਿਣ ਲੱਗੇ ਹਾਂਜੀ। ਹੋਏ ਦੁਸਹਿਰਾ ਮਿਲ ਇੱਕ ਥਾਏ, ਹਾਂਜੀ। ਕਰੋ ਕਰਾਵੋ ਉਸ਼ਾ ਵਧਾਏ। ਮਹਾਰਾਜ ਕਹਿਣ ਲੱਗੇ ਦੀਵਾਲੀ ਵਾਲਾ ਦਿਨ ਹੋਵੇ, ਮੱਸਿਆ ਹੋਵੇ, ਸੰਗਰਾਂਦ ਹੋਵੇ, ਪੁੰਨਿਆ ਹੋਵੇ, ਸਾਰੇ ਸਿੱਖ ਇਕੱਠੇ ਹੋ ਕੇ ਕੜਾ ਪ੍ਰਸ਼ਾਦ ਬਣਾਇਆ ਕਰੋ ਤੇ ਵਰਤਾਇਆ ਕਰੋ। ਕਹਿਣ ਲੱਗੇ ਉਦੋਂ ਕਿਹੜਾ 22 ਤਰੀਕ 24 ਤਰੀਕ 25 ਫਰਵਰੀ ਇਹ ਨਹੀਂ ਸੀ ਹੁੰਦੀ। ਉਦੋਂ ਬਸ ਚੰਦਰ ਤੋਂ ਹਿਸਾਬ ਲਾਉਂਦੇ ਸੀ ਵੀ ਅੱਜ ਪੁੰਨਿਆ ਤੇ ਅੱਜ ਇਕੱਠੇ ਹੋਣਾ, ਮੱਸਿਆ ਤੇ ਇਕੱਠੇ ਹੋਣਾ, ਸੰਗਰਾਂਦ ਤੇ ਇਕੱਠੇ ਹੋਣਾ। ਹਾਂਜੀ। ਗੁਰ ਨਿਮਿਤ ਕਰ ਦਿਓ ਵਰਤਾਈ। ਮਹਾਰਾਜ ਕਹਿਣ ਲੱਗੇ ਖੁੱਲਾ ਕੜਾ ਪ੍ਰਸ਼ਾਦ ਬਣਾ ਕੇ ਨਾ ਤੇ ਗੁਰੂ ਦੇ ਨਿਮਿਤ ਵਰਤਾਇਆ ਕਰੋ। ਖੁੱਲਾ ਕੜਾ ਪ੍ਰਸ਼ਾਦ ਬਣਾ ਕੇ ਸ਼ਬਦ ਕੀਰਤਨ ਕਰੋ ਬਨਾਈ। ਤੇ ਫਿਰ ਇਹ ਨਹੀਂ ਵੀ ਕੜਾ ਪ੍ਰਸ਼ਾਦ ਛਕ ਕੇ ਤੇ ਸੌਂ ਜਾਓ, ਨਹੀਂ। ਸ਼ਬਦ ਕੀਰਤਨ ਕਰਨਾ, ਬਾਣੀ ਪੜ੍ਹਨੀ ਹੈ, ਨਾਮ ਜਪਣਾ, ਕਥਾ ਕਰਨੀ, ਕੀਰਤਨ ਕਰਨਾ, ਸੁਣਨਾ। ਹਾਂਜੀ। ਸਿੱਖ ਗਰੀਬ ਹੋਏ ਬਸਤਰ ਬਹੀਨ। ਤੇ ਜੇ ਵੇਖੋ ਵੀ ਕੋਈ ਗਰੀਬ ਬੰਦਾ ਹੈ, ਉਹ ਕੱਪੜੇ ਨਹੀਂ ਲੈ ਸਕਦਾ। ਹੁਣ ਇਹ ਕੋਈ ਪੁਰਾਣੇ ਯੁੱਗਾਂ ਦੀਆਂ ਗੱਲਾਂ ਨਹੀਂ ਹੈਗੀਆਂ ਜੀ। ਵਾਹਿਗੁਰੂ ਮਿਹਰ ਕਰੇ, ਹੁਣ ਵੀ ਬੜੇ ਐਸੇ ਗਰੀਬ ਨੇ ਜਿਨ੍ਹਾਂ ਕੋ ਪਾਉਣ ਵਾਸਤੇ ਕੱਪੜੇ ਨਹੀਂ ਤੇ ਹੈਗੇ ਜੀ। ਕਈ ਤੇ ਪਖੰਡ ਵੀ ਕਰਦੇ ਆ, ਪਰ ਕਈ ਸੱਚੀ ਐਸੇ ਹੈਗੇ ਜਿਨ੍ਹਾਂ ਕੋ ਪਾਉਣ ਵਾਸਤੇ ਕੱਪੜੇ ਨਹੀਂ ਹੈਗੇ ਜੀ। ਹਾਂਜੀ। ਦੀਜੈ ਤਿਸੇ ਸਿਵਾਏ ਨਵੀਨ। ਮਹਾਰਾਜ ਕਹਿੰਦੇ ਉਹਨੂੰ ਨਵੇਂ ਕੱਪੜੇ ਸਵਾ ਕੇ ਦਿਆ ਕਰੋ, ਸਮਾ ਕੇ ਦਿਆ ਕਰੋ, ਸਮਾ ਕੇ। ਹਾਂਜੀ। ਭਿਖੋ ਸ਼ੁੱਧਤ ਕੋ ਦੇਹੁ ਆਹਾਰੋ, ਮਿਲ ਕਰ ਸਕਲ ਏਵ ਪ੍ਰਿਤਪਾਰੋ। ਮਹਾਰਾਜ ਕਹਿਣ ਲੱਗੇ ਇਹ ਕਾਰਜ ਰੋਜ਼ ਇਕੱਠੇ ਹੋ ਕੇ ਕਰਿਆ ਕਰੋ, ਦਿਵਸਾਂ ਤੇ, ਸੰਗਰਾਂਦ ਤੇ, ਪੁੰਨਿਆਂ ਤੇ, ਮੱਸਿਆ ਤੇ। ਭੁੱਖਾ ਵੇਖਦੇ ਉਹਨੂੰ ਭੋਜਨ ਛਕਾਓ। ਹਾਂਜੀ। ਕਿਹ ਸਿੱਖ ਕੋ ਕਾਰਜ ਅਰ ਜਾਏ। ਜੇ ਕਿਸੇ ਸਿੱਖ ਦਾ ਕੋਈ ਕੰਮ ਅੜ ਜਾਵੇ ਜੀ, ਮੰਨ ਲਓ ਕਿਸੇ ਸਿੱਖ ਦੀ ਬੱਚੀ ਦਾ ਵਿਆਹ ਹੈ, ਉਹ ਕਰ ਨਹੀਂ ਸਕਦਾ, ਗਰੀਬ ਹੈ। ਹਾਂਜੀ। ਨਹਿ ਤਿਸਤੇ ਕਿਉਂ ਹੋ ਬਨ ਆਏ। ਉਹਦੇ ਕੋਲੋਂ ਕੰਮ ਹੋ ਨਹੀਂ ਸਕਦਾ ਉਹ। ਹਾਂਜੀ। ਮਿਲਹੁ ਸਕਲ ਮਿਲ ਕਰ ਅਰਦਾਸ। ਮਹਾਰਾਜ ਕਹਿੰਦੇ ਸਾਰੇ ਮਿਲ ਕੇ ਅਰਦਾਸ ਕਰਿਆ ਕਰੋ ਉਹਦੇ ਬਾਰੇ। ਹਾਂਜੀ। ਜਥਾ ਸ਼ਕਤ ਲੀਜੈ ਸਭ ਪਾਸ। ਤੇ ਸਾਰੇ ਥੋੜਾ ਥੋੜਾ ਹਿੱਸਾ ਪਾ ਦਿਆ ਕਰੋ, ਮਹਾਰਾਜ ਕਹਿਣ ਲੱਗੇ। ਹਾਂਜੀ। ਇਕੱਠੋ ਕਰ ਧਨ ਦੇਹੋ ਤਿੰਨ ਥਾਈ। ਜਦੋਂ ਮਾਇਆ ਇਕੱਠੀ ਹੋ ਜਾਵੇ, ਹਾਂਜੀ, ਤਿਸ ਤੇ ਕਾਰਜ ਕੋ ਬਨ ਜਾਈ। ਤੇ ਮਹਾਰਾਜ ਕਹਿੰਦੇ ਉਹਨੂੰ ਦੇ ਦਿਆ ਕਰੋ, ਉਹਦਾ ਕੰਮ ਬਣ ਜਾਇਆ ਕਰੇਗਾ। ਗੱਜ ਕੇ ਆਖੋ ਵਾਹਿਗੁਰੂ। ਪਰ ਹੁਣ ਤੇ ਕੋਈ ਦਾਰੇ ਮੰਗੇ ਤੇ ਵੀ ਨਹੀਂ ਦਿੰਦਾ ਜੀ। ਦਾਰੇ ਮੰਗੇ ਤੇ ਵੀ ਨਹੀਂ ਤੇ ਦਿੰਦੇ। ਕਿਉਂ? ਮੈਨੂੰ ਲੋਕ ਮਿਲਦੇ ਰਹਿੰਦੇ, ਬੜਾ ਕੁਝ ਦੱਸਦੇ ਰਹਿੰਦੇ ਆ। ਕਿੱਥੇ ਗਏ ਉਹ ਸਿੱਖ ਜਿਨ੍ਹਾਂ ਦੀ ਨੀਂਹ ਗੁਰੂ ਸਾਹਿਬ ਨੇ ਰੱਖੀ ਹੈ? ਇਕੱਠੇ ਹੋ ਕੇ ਮਦਦ ਕਰੋ, ਭਲਾ ਕਰ ਦਿਓ ਕਿਸੇ ਦਾ। ਹਾਂਜੀ। ਇਹੀ ਰੀਤ ਨਿਜ ਵਿਖੇ ਚਲਾਵੋ। ਮਹਾਰਾਜ ਕਹਿੰਦੇ ਇਹੋ ਹੀ ਰੀਤ ਆਪਣੇ ਨਗਰ ਵਿੱਚ ਚਲਾ ਦਿਓ। ਹਾਂਜੀ। ਹੁਣ ਪਿੰਡ ਦੇ ਗੁਰਸਿੱਖ ਆਪਣਾ ਪਿੰਡ ਸਾਂਭ ਲੈਣ ਤੇ ਪਿੰਡ ਦਾ ਵੀ ਭਲਾ ਹੋ ਜਾਂਦਾ ਜੀ, ਸਿੱਖੀ 'ਚ ਵਾਧਾ ਹੁੰਦਾ ਜੀ। ਹਾਂਜੀ। ਕਰੋ ਜੋਰ ਸ਼ੁਭ ਦਿਨ ਜਬ ਪਾਵੋ। ਮਹਾਰਾਜ ਕਹਿਣ ਲੱਗੇ ਜਦੋਂ ਸ਼ੁਭ ਦਿਨ ਵੇਖੋ, ਜੋੜ ਮੇਲਾ ਕਰਿਆ ਕਰੋ, ਲੰਗਰ ਤਿਆਰ ਕਰਿਆ ਕਰੋ, ਛਕਾਇਆ ਕਰੋ ਤੇ ਨਾਮ ਜਪਿਆ ਕਰੋ। ਹਾਂਜੀ। ਪੁੱਤਰ ਪੋਤਰੇ ਹੋਹੈ ਤੁਮਾਰੇ। ਹਾਂਜੀ। ਕਰੈ ਕਾਜ ਇਸ ਰੀਤੀ ਸਾਰੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਪਤਾ ਕੀ ਹੋਏਗਾ? ਤੁਹਾਡੇ ਪੁੱਤਰ, ਤੁਹਾਡੇ ਪੋਤਰੇ ਤੁਹਾਨੂੰ ਵੇਖ ਵੇਖ ਕੇ ਕੰਮ ਸਿੱਖਣਗੇ। ਜਦੋਂ ਬਾਣੀ ਪੜ੍ਹਦੇ ਲਾਗੇ ਬਿਠਾਇਆ ਕਰੋ ਪੋਤਰਿਆਂ ਨੂੰ, ਬੱਚਿਆਂ ਨੂੰ। ਦਾਦੀ ਪਤਾ ਕੀ ਕਰਦੀ ਹੈ? ਜਦੋਂ ਬਾਣੀ ਪੜ੍ਹਦੀ ਪੋਤਰੇ ਨੂੰ ਲਾਗੇ ਨਹੀਂ ਬਿਠਾਉਂਦੀ, ਚੱਲ ਪਹਿਲਾਂ ਹੋ ਜਾ, ਮੈਨੂੰ ਪਾਠ ਕਰ ਲੈਣ ਦੇ। ਤੇ ਫਿਰ ਪੋਤਰਾ ਵੀ ਸੋਚਦਾ ਦਾਦੀ ਪਾਠ ਕਰਦੀ, ਇਹਦੇ ਨੇੜੇ ਨਹੀਂ ਜਾਣਾ ਜੀ। ਦਾਦਾ ਪਾਠ ਕਰਦਾ, ਨੇੜੇ ਨਹੀਂ ਜਾਣਾ। ਹਾਂਜੀ। ਉਹ ਸਮਝਦੇ ਪਾਠ ਇਹਨਾਂ ਵਾਸਤੇ ਹੀ ਹੈਗਾ, ਸਾਡੇ ਵਾਸਤੇ ਨਹੀਂ ਹੈਗਾ ਜੀ। ਉਹਨਾਂ ਨੂੰ ਕੋਲ ਬਿਠਾਓ, ਉਹਨਾਂ ਨੂੰ ਪਤਾ ਲੱਗੇ ਪੁੱਤ ਮੈਂ ਜਪਜੀ ਸਾਹਿਬ ਕਰਨ ਲੱਗੀ ਆ, ਤੂੰ 2 ਪੌੜੀਆਂ ਸੁਣ ਲਾ, ਫਿਰ ਕਿਸੇ ਕੰਮ ਤੇ ਚਲੇ ਜੀ।
ਸੁਖਮਣੀ ਸਾਹਿਬ ਕਰਨ ਲੱਗੀਆਂ, ਇੱਕ ਅਸ਼ਟਪਦੀ ਸੁਣ ਲਾ, ਫਿਰ ਜਿਹੜਾ ਮਰਜ਼ੀ ਕੰਮ ਕਰ ਲਈ। ਕੋਲ ਬਿਠਾਓ। ਮਹਾਰਾਜ ਕਹਿੰਦੇ ਤੁਹਾਡੇ ਪੁੱਤਰ ਪੋਤਰੇ ਇਹ ਰੀਤੀ ਸਿੱਖਣਗੇ ਸਾਰੇ ਤੇ ਕਰਨਗੇ ਫਿਰ। ਹਾਂਜੀ, ਇਹ ਰਹਿਰਾਸ ਕਦੀਮੀ ਚਲ ਹੈ, ਸਿੱਖੀ ਧਰੇ ਮਹਾ ਸੁਖ ਮਿਲੈ। ਮਹਾਰਾਜ ਕਹਿੰਦੇ ਤੁਸੀਂ ਤੇ ਸਿੱਖ ਬਣੋਗੇ ਹੀ, ਤੁਹਾਡੇ ਬੱਚੇ ਵੀ ਸਿੱਖ ਬਣਨਗੇ। ਗੱਜ ਕੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਚਨ ਕਰ ਰਹੇ ਆ ਸਾਰਿਆਂ ਦੇ ਭਲੇ ਵਾਲਾ। ਹਾਂਜੀ, ਧਰ ਸ਼ਰਧਾ ਗਾਵੇਂ ਗੁਰਬਾਣੀ, ਪਰਾ ਲਬਦ ਜਿਨ ਹੋਏ ਮਹਾਨੀ। ਲਓ ਮਹਾਰਾਜ ਕਹਿੰਦੇ ਗੁਰਬਾਣੀ ਗਾਇਆ ਕਰੋ। ਗੁਰਬਾਣੀ ਗਾਉਣ ਨਾਲ ਪਤਾ ਕੀ ਹੁੰਦਾ, ਬਾਣੀ ਪੜ੍ਹਨ ਨਾਲ ਪਰਾ ਲਬਦ ਵਧੀਆ ਹੋ ਜਾਂਦੀ ਹੈ। ਪਰਾ ਲਬਦ ਕੀ ਹੁੰਦੀ ਹੈ? ਜਿਹੜੇ ਕਰਮ ਕੀਤੇ ਆ ਉਹਨਾਂ ਕਰਮਾਂ ਅਨੁਸਾਰ ਜਿਹੜਾ ਫਲ ਮਿਲਦਾ ਉਹਨੂੰ ਪਰਾ ਲਬਦ ਕਹਿੰਦੇ ਆ। ਮਹਾਰਾਜ ਕਹਿੰਦੇ ਗੁਰਬਾਣੀ ਪੜ੍ਹਿਆ ਕਰੋ, ਤੁਹਾਡੀ ਪਰਾ ਲਬਦ ਵਧੀਆ ਹੋ ਜਾਏਗੀ, ਤੁਹਾਨੂੰ ਚੰਗੇ ਫਲ ਮਿਲਣਗੇ। ਮੈਂ ਖੁਦ ਵੇਖਿਆ ਗਰੀਬ ਬੰਦੇ ਬਾਣੀ ਪੜ੍ਹਨ ਲੱਗ ਪਏ ਪਿਆਰਿਓ, ਘਰ ਬੂਹੇ ਹੀ ਬਦਲ ਗਏ ਉਹਨਾਂ ਦੇ ਜੀ, ਘਰ ਬੂਹੇ ਬਦਲ ਗਏ ਜੀ, ਪਰਾ ਲਬਦ ਬਦਲ ਗਈ ਜੀ। ਗੁਰਬਾਣੀ ਪੜ੍ਹਨ ਵਾਲਾ ਬੰਦਾ ਕਦੇ ਭੁੱਖਾ ਨਹੀਂ ਰਹੇਗਾ ਜੀ, ਕਦੀ ਨਹੀਂ ਭੁੱਖਾ ਰਹੇਗਾ ਜੀ। ਪੜ੍ਹੇ ਪ੍ਰੇਮ ਨਾਲ ਗੁਰੂ ਜੀ ਦੀ ਖੁਸ਼ੀ ਲੈਣ ਵਾਸਤੇ। ਹਾਂਜੀ, ਅਸ ਉਪਦੇਸ਼ ਸਬਨ ਕੋ ਕਰਕੈ, ਗੁਣ ਸਿਖਰਾਏ ਔਗੁਣ ਪਰ ਹਰਿ ਕੈ। ਇਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਉਪਦੇਸ਼ ਦਿੰਦੇ ਆ ਤੇ ਸਾਰਿਆਂ ਨੂੰ ਗੁਣ ਸਿਖਾਉਂਦੇ ਆ ਸੱਚੇ ਪਾਤਸ਼ਾਹ। ਸੋ ਮਹਾਰਾਜ ਕਿਰਪਾ ਕਰਨ। ਇਹ ਸਿੱਖ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਆ। ਮਹਾਰਾਜ ਅਸਲ 'ਚ ਨਾ ਡੱਲੇ ਗਏ ਸਨ, ਡੱਲੇ ਪਿੰਡ ਗਏ ਸਨ ਤੇ ਡੱਲੇ ਪਿੰਡ ਜਦੋਂ ਗਏ ਉੱਥੇ ਬੜੇ ਪ੍ਰੇਮੀ ਮਹਾਰਾਜ ਨੂੰ ਮਿਲੇ ਤੇ ਡੱਲੇ ਪਿੰਡ ਵਿੱਚ ਇਹ ਬਚਨ ਹੋਏ। ਡੱਲੇ ਪਿੰਡ ਵਾਲਿਆਂ ਨੂੰ ਮਹਾਰਾਜ ਨੇ ਮੁੱਖ ਰੂਪ ਵਿੱਚ ਆਖਿਆ, ਪਿਆਰਿਓ ਲੰਗਰ ਨਾ ਤੁਹਾਡੇ ਕੋਲੋਂ ਰਹਿ ਜੇ ਕਿਤੇ, ਲੰਗਰ ਛਕਾਇਆ ਕਰੋ। ਸੋ ਮਹਾਰਾਜ ਕਿਰਪਾ ਕਰਨ, ਨਾਮ ਜਪਣ ਦਾ ਭਜਨ ਕਰਨ ਦਾ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਆ। ਅੱਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਗੁਰਤਾ ਗੱਦੀ ਤੇ ਬੈਠੇ ਜੀ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਤੇ ਬਿਠਾਇਆ। ਕਦੋਂ ਬਿਠਾਇਆ? ਜਦੋਂ ਸਭ ਵਿਦ ਭਇਓ ਪ੍ਰਸੰਨ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਐ ਸਾਰੀਆਂ ਵਿਦਾਂ ਦੇ ਨਾਲ ਪ੍ਰਸੰਨ ਹੋਏ ਨਾ, ਉਦੋਂ ਮਹਾਰਾਜ ਨੇ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਸਭ ਬਿੰਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਪਿਆਰਿਓ ਗੁਰੂ ਰਾਮਦਾਸ ਜੀ ਦੀ ਬੜੀ ਵੱਡੀ ਜੈ ਜੈਕਾਰ ਹੈ। ਮੈਂ ਇੱਕ ਬਚਨ ਕਹਿ ਕੇ ਸਮਾਪਤੀ ਕਰ ਦੇਣਾ। ਸ਼ਬਦ ਇੱਕ ਤੁਸੀਂ ਸੁਣਦੇ ਹੋ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਤੇ ਉਹਦੇ ਵਿੱਚ ਨਾ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪੰਕਤੀ ਆਉਂਦੀ ਹੈ, ਸੱਚ ਤੇਰਾ ਪੈ ਸਕਾਰਿਆ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ। ਹੇ ਗੁਰੂ ਰਾਮਦਾਸ ਸਾਹਿਬ ਤੁਹਾਡਾ ਅਸਥਾਨ ਧੰਨ ਹੈ, ਤੁਹਾਡਾ ਪੈ ਸਕਾਰਾ ਸੱਚਾ ਹੈ। ਪੈ ਸਕਾਰਾ ਕੀ ਹੁੰਦਾ ਜੀ? ਰਾਜੇ ਮਹਾਰਾਜੇ ਦਰਬਾਰ ਵਿੱਚ ਜਦੋਂ ਆਉਂਦੇ ਨਾ, ਉਹਨਾਂ ਦੇ ਆਉਣ ਨਾਲ ਇੱਕ ਪੇਸ਼ਕਾਰੀ ਹੁੰਦੀ ਸੀ। ਪੇਸ਼ਕਾਰੀ, ਨਗਾਰੇ ਵੱਜਣੇ, ਤੂਤੀਆਂ ਵੱਜਣੀਆਂ, ਨਫੀਰਾਂ ਵੱਜਣੀਆਂ, ਲੋਕਾਂ ਨੇ ਖੜੇ ਹੋ ਜਾਣਾ। ਜਦੋਂ ਰਾਜੇ ਨੇ ਆ ਕੇ ਗੱਦੀ ਤੇ ਬੈਠਣਾ, ਉਹਨਾਂ ਦੇ ਜਸ ਗਾਏ ਜਾਣੇ, ਰਾਜੇ ਦੇ ਦਰਬਾਰ ਦੇ ਵਿੱਚ ਰਾਗ ਗਾਏ ਜਾਣੇ, ਰਾਜੇ ਦੇ ਸਿਰ ਤੇ ਚੌਰ ਹੋਣਾ, ਰਾਜੇ ਦੇ ਸਿਰ ਤੇ ਚੰਦੋਆ ਲੱਗਣਾ। ਤੇ ਪਿਆਰਿਓ ਸੱਤਾ ਤੇ ਬਲਵੰਡ ਜੀ ਕਹਿੰਦੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਰਾਜੇ ਆਪ ਵੀ ਝੂਠੇ ਤੇ ਉਹਨਾਂ ਦੀਆਂ ਪੇਸ਼ਕਾਰੀਆਂ ਵੀ ਝੂਠੀਆਂ। ਰਾਜੇ ਵੀ ਖਤਮ ਹੋ ਗਏ ਤੇ ਪੇਸ਼ਕਾਰੀਆਂ ਵੀ ਖਤਮ ਹੋ ਗਈਆਂ ਜੀ। ਦਾਸ ਹੈਦਰਾਬਾਦ ਗਿਆ ਸੀ ਪਿੱਛੇ ਜੇ ਕਥਾ ਕਰਨ ਲਈ, ਤੇ ਹੈਦਰਾਬਾਦ ਦਾ ਜਿਹੜਾ ਨਿਜ਼ਾਮ ਸੀ ਨਾ, ਉਹਦੇ ਕਿੰਨੇ ਮਹਿਲ ਨੇ ਉੱਥੇ, ਪਰ ਕਿਸੇ ਮਹਿਲ 'ਚ ਹੌਸਪੀਟਲ ਬਣਿਆ, ਕਿਸੇ ਮਹਿਲ ਦੇ ਵਿੱਚ ਕਚਹਿਰੀ ਬਣ ਗਈ ਜੀ।
ਤੇ ਇੱਕ ਮਹਿਲ ਉਹਦਾ ਸਾਂਭਿਆ ਜੀ, ਜਿੱਥੇ ਉਹਦਾ ਸਮਾਨ ਰੱਖਿਆ ਜੀ। ਬੜਾ ਸੰਗਮਰਮਰ ਲੱਗਾ, ਬੜਾ ਤਖਤ ਬਣਿਆ ਜੀ ਉਹਦਾ, ਇੱਕ ਤਖਤ ਬਣਿਆ ਸੰਗਮਰਮਰ ਦਾ, ਉਹਦੇ ਤੇ ਉਹਦੀ ਗੱਦੀ ਵਿਛੀ ਹੈ ਜੀ। ਤੇ ਸਾਹਮਣੇ ਖਲੋ ਕੇ ਲੋਕ ਫਰਿਆਦਾਂ ਕਰਦੇ ਹੁੰਦੇ ਸਨ, ਸਲਾਮੀਆਂ ਦਿੰਦੇ ਹੁੰਦੇ ਸੀਗੇ। ਤੇ ਉਹਦੇ ਸਿਰ ਤੇ ਜਿਹੜਾ ਚੌਰ ਹੁੰਦਾ ਸੀਗਾ ਉਹ ਵੀ ਰੱਖਿਆ ਉਹਨਾਂ ਨੇ, ਚੰਦੋਏ ਰੱਖੇ ਜੀ ਉਹਦੇ, ਚੋਭਾਂ ਰੱਖੀਆਂ ਉਹਦੀਆਂ ਸਾਂਭ ਸਾਂਭ। 2 ਕਰੋੜ ਦਾ ਟਿਫਨ ਹੀ ਸੀਗਾ ਜੀ ਉਹਦਾ ਜੀ, ਟਿਫਨ 2 ਕਰੋੜ ਦਾ। ਤੇ ਉਹਦੇ ਭਾਂਡੇ ਸਾਂਭ ਸਾਂਭ ਰੱਖੇ ਜੀ, ਉਹਦੇ ਸ਼ਸਤਰ ਸਾਂਭ ਸਾਂਭ ਰੱਖੇ ਜੀ। ਪਰ ਅੱਜ ਨੁਮਾਇਸ਼ ਲੱਗੀ, ਲੋਕ ਵੇਖਦੇ, ਨਾ ਉਹ ਰਾਜਾ ਆਪ ਹੀ ਹੈਗਾ ਤੇ ਨਾ ਉਹ ਪੈਸ਼ਕਾਰਾ ਲੱਗਦਾ ਜੀ। ਅੱਜ ਆਉਂਦਾ ਉਹ ਹੈਦਰਾਬਾਦ ਦਾ ਨਿਜ਼ਾਮ, ਅੱਜ ਉਹ ਆ ਕੇ ਬਹਿੰਦਾ ਤਖਤ ਤੇ, ਅੱਜ ਵੱਜਦੇ ਉਵੇਂ ਨਗਾਰੇ, ਵੱਜਦੀਆਂ ਉਵੇਂ ਡਫਲੀਆਂ, ਅੱਜ ਲੋਕ ਉਵੇਂ ਕਰਦੇ ਫਰਿਆਦਾਂ। ਕੁਝ ਵੀ ਨਹੀਂ ਹੈਗਾ ਸਿਵਾਏ ਥਾਂ ਤੋਂ ਜੀ ਤੇ ਸਮਾਨ ਤੋਂ। ਨਾ ਰਾਜਾ ਰਿਹਾ, ਨਿਜ਼ਾਮ ਹੀ ਰਿਹਾ, ਨਾ ਉਹਨੂੰ ਸਲਾਮਾਂ ਕਰਨ ਵਾਲੇ ਬੰਦੇ ਰਹੇ ਜੀ। ਪਰ ਵਾਹਿਗੁਰੂ ਲਿਖਦੇ ਸੱਤਾ ਤੇ ਬਲਵੰਡ ਜੀ, ਗੁਰੂ ਰਾਮਦਾਸ ਸਾਹਿਬ ਤੁਹਾਡਾ ਪੈਸ਼ਕਾਰਾ ਸੱਚਾ। ਕਿਉਂ? ਅੱਜ ਵੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਆਉਂਦੇ ਆ ਅੰਮ੍ਰਿਤ ਵੇਲੇ ਪਾਲਕੀ 'ਚ ਬੈਠ ਕੇ। ਅੱਜ ਵੀ ਅੱਗੇ ਚਾਂਦੀ ਦੀਆਂ ਚੋਭਾਂ ਲਈਆਂ, ਸੋਨੇ ਦੀਆਂ ਚੋਭਾਂ ਲਈਆਂ, ਚੋਭਦਾਰ ਤੁਰਦੇ ਆ। ਅੱਜ ਵੀ ਦਰਬਾਰ ਸਾਹਿਬ ਜਾਓ, ਪੁੱਲ ਤੇ ਜਦੋਂ ਚੜੋਗੇ ਉੱਥੇ ਚੋਭਦਾਰ ਖਲੋਤਾ ਹੋਏਗਾ ਜੀ। ਜਦੋਂ ਰਾਜੇ ਨੂੰ ਮਿਲਣ ਜਾਈਦਾ ਸੀ, ਅੱਗੇ ਚੋਭਦਾਰ ਖਲੋਤਾ ਹੁੰਦਾ ਸੀਗਾ। ਅੱਜ ਵੀ ਚੋਭਦਾਰ ਖਲੋਤਾ ਹੈ, ਅੱਜ ਵੀ ਚੰਦੋਆ ਲੱਗਦਾ ਹੈ, ਰੋਜ਼ ਨਵਾਂ ਲੱਗਦਾ ਹੈ। ਅੱਜ ਵੀ ਸੋਨੇ ਦਾ ਚੌਰ ਸਾਹਿਬ ਹੁੰਦਾ ਹੈ। ਅੱਜ ਵੀ ਜਦੋਂ ਗੁਰੂ ਰਾਮਦਾਸ ਜੀ ਅੰਦਰ ਆਉਂਦੇ ਆ, ਸਾਰੀਆਂ ਸੰਗਤਾਂ ਖਲੋ ਜਾਂਦੀਆਂ ਨੇ। ਅੱਜ ਵੀ ਭੱਟ ਖਲੋ ਕੇ ਗੁਰੂ ਰਾਮਦਾਸ ਸਾਹਿਬ ਦੇ ਸਾਹਮਣੇ ਸਾਰੇ ਕਹਿੰਦੇ ਆ, ਮਹਾਰਾਜ ਇੱਕ ਅਰਦਾਸ ਭਾਟ ਕੀ ਰਤ ਕੀ, ਗੁਰੂ ਰਾਮਦਾਸ ਰੱਖੋ ਸਰਨਾਈ। ਗੁਰੂ ਰਾਮਦਾਸ ਸਾਹਿਬ ਦੀ ਵਡਿਆਈ ਉਵੇਂ ਦੀ। ਰਾਜੇ ਝੂਠੇ, ਉਹਨਾਂ ਦੇ ਪੈਸਕਾਰੇ ਵੀ ਝੂਠੇ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਪੈਸਕਾਰਾ ਅੱਜ ਤੱਕ ਉਵੇਂ ਦਾ ਉਵੇਂ ਹੀ ਚੱਲ ਰਿਹਾ ਹੈ ਜੀ। ਤੇ ਭਾਵਨਾ ਪਤਾ ਕੀ ਰੱਖਿਆ ਕਰੋ, ਵੇਖੋ ਮੇਰੇ ਮਨ ਦੀ ਭਾਵਨਾ, ਮੈਂ ਕਿਸੇ ਤੇ ਥੋਪਦਾ ਨਹੀਂ, ਪਰ ਕੋਸ਼ਿਸ਼ ਕਰੋ ਜਦੋਂ ਪਾਲਕੀ ਸਾਹਿਬ ਵਿੱਚ ਜਾਂਦੇ ਆ, ਲੋਕ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਾ ਰਿਹਾ। ਸਾਧ ਸੰਗਤ ਦਾਸ ਬੇਨਤੀ ਕਰੇ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ, ਗੁਰੂ ਰਾਮਦਾਸ ਸਾਹਿਬ ਆਪ ਬੈਠ ਕੇ ਜਾ ਰਹੇ ਹੈ ਜੀ। ਇਹ ਭਾਵਨਾ ਰੱਖੋ। ਜਦੋਂ ਇਹ ਭਾਵਨਾ ਰੱਖੋਗੇ ਨਾ, ਫਿਰ ਵੇਖਿਓ ਪਾਲਕੀ ਸਾਹਿਬ ਦੇ ਸਾਹਮਣੇ ਹੱਥ ਖਲੋ ਕੇ ਖੜਨ ਨੂੰ ਜੀ ਨਹੀਂ ਕਰਨਾ, ਜੀ ਕਰਨਾ ਮੈਂ ਸਾਹਮਣੇ ਲੰਮੇ ਪੈ ਜਾਵਾਂ ਜੀ। ਉੱਥੇ ਮਹਾਰਾਜ ਵਰਤਦੇ ਜੀ। ਅੱਜ ਵੀ ਮਹਾਰਾਜ ਦਾ ਦਰ ਸੱਚਾ, ਸਦਾ ਹੀ ਸੱਚਾ ਰਹਿਣਾ। ਗੁਰੂ ਰਾਮਦਾਸ ਸਾਹਿਬ ਅੱਜ ਵੀ ਆਉਂਦੇ ਆ, ਤਖਤ ਤੇ ਬਹਿੰਦੇ ਆ, ਚੌਰ ਸਾਹਿਬ ਹੁੰਦਾ ਹੈ। ਅੱਜ ਵੀ ਸਲਾਮੀਆਂ ਦੇਣ ਵਾਲੇ ਬੈਠੇ, ਅੱਜ ਵੀ ਪੇਟਾਵਾਂ ਰੱਖਣ ਵਾਲੇ ਆਉਂਦੇ, ਅੱਜ ਵੀ ਮੱਥਾ ਟੇਕਣ ਵਾਲੇ ਆਉਂਦੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਅੱਜ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਦੇਣ। ਮਹਾਰਾਜ ਨੂੰ ਆਖੋ, ਮਹਾਰਾਜ ਸਾਡੇ ਹਿਰਦੇ ਵਿੱਚ ਆ ਕੇ ਬਸੋ। ਆਓ ਗੁਰੂ ਸਾਹਿਬ ਦੀ ਸਿਫਤ ਕਰਕੇ ਫਿਰ ਖਿਮਾ ਮੰਗੀਏ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ। ਜਪੋ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ। ਜਪੋ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ। ਧੰਨ ਧੰਨ
ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ। ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ। 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 ਸੱਚੇ ਪਾਤਸ਼ਾਹ ਮਿਹਰ ਕਰਨ ਬਖਸ਼ਿਸ਼ ਕਰਨ। ਵੱਡੀ ਭਾਵਨਾ ਰੱਖਿਆ ਕਰੀਏ ਸਤਿਗੁਰਾਂ ਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।